कि वाकई 24 की स्क्रिप्ट तैयार की जा रही है क्योंकि वख-वख इल्जाम इस समय केंद्र की सरकार के उत्ते ने। एक पासे राहुल गांधी, दूजे पासे मुख्यमंत्री भगवंत मान ते दूजे पासे यह भी तुसीं कह सकते हो कि एक गठजोड़ जिहड़ा इंडिया वाला बनाया उसके उत्ते पलटवार देश के प्रधानमंत्री भी कर रहे हैं। ਅਸੀਂ ਅੱਜ ਜਿਹੜੇ ਮੁੱਦਿਆਂ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਤਾਂ ਰਾਜਪਾਲ ਨੂੰ ਲੈ ਕੇ ਕੇਂਦਰ ਦੀ ਸਰਕਾਰ ਨੂੰ ਮੁੱਖ ਮੰਤਰੀ ਘੇਰ ਰਹੇ ਨੇ। ਮੁੱਖ ਮੰਤਰੀ ਨੇ ਜੋ ਸਟੇਟਮੈਂਟ ਦਿੱਤੀ ਤੇ ਕਿਹਾ ਕਿ ਦੱਸੋ ਤੁਹਾਨੂੰ ਯਾਦ ਹੈ ਕੋਈ ਜਿੱਥੇ ਬੀਜੇਪੀ ਦੀ ਸਰਕਾਰ ਹੋਵੇ ਕਿ ਉੱਥੇ ਰਾਜਪਾਲ ਕੌਣ ਹੈ। ਜਿੱਥੇ ਬੀਜੇਪੀ ਦੀ ਸਰਕਾਰ ਨਹੀਂ ਹੈ ਉਸਦੇ ਰਾਜਪਾਲ ਸਭ ਨੂੰ ਪਤਾ ਹੁੰਦੇ ਨੇ ਕਿਉਂਕਿ ਉਹ ਸਰਕਾਰਾਂ ਦੇ ਵਿੱਚ ਦਖਲਅੰਦਾਜ਼ੀ ਕਰਦੇ ਨੇ। ਇਸ ਤਰੀਕੇ ਨਾਲ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਸੀ। ਦੂਜਾ ਮੁੱਦਾ ਰਾਹੁਲ ਗਾਂਧੀ कांग्रेस के बड़े लीडर ने कह रहे हैं कि आरएसएस ते बीजेपी देश नूं साड़न की कोशिश कर रही है। मणिपुर नूं लैके उन्होंने निशाने साधे ते कहा कि सत्ता इन्हां दा एक टारगेट है। प्रधानमंत्री की कह रहे हैं? प्रधानमंत्री कह रहे हैं कि गठजोड़ जिहड़े बन रहे हैं, जिहड़ा INDIA इंडिया गठजोड़ बना दिता गया, ये सिर्फ अपनियां पुरानियां चीज़ां नूं या पुराने कम्मां नूं लुकाउण दे लई कीता गया। इस दे उत्ते गलबात करांगे। शुरुआत करते हैं। सब तो पहलां तुहाडा तारुफ करवाने अज दे मेहमानां दे नाल जिहड़े चर्चा दे विच साडे नाल अहबाब गरेवाल जी जुड़ रहे हैं, आम आदमी पार्टी ਨੂੰ ਰਿਪਰੈਜ਼ੈਂਟ ਕਰਨਗੇ। गरेवाल साहब बहुत बहुत स्वागत है। ਸਾਡੇ ਨਾਲ ਜੈਬੰਸ਼ ਜੀ ਜੁੜ ਰਹੇ ਨੇ, ਭਾਰਤੀ ਜਨਤਾ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਜੈਬੰਸ਼ ਜੀ ਬਹੁਤ ਬਹੁਤ स्वागत है। ਸਾਡੇ ਨਾਲ ਪ੍ਰੋਫੈਸਰ ਗੁਰਮੀਤ ਜੀ ਜੁੜ ਰਹੇ ਨੇ, ਸਿਆਸੀ ਮਾਹਰ ਨੇ, ਅੱਜ ਐਕਸਪਰਟ ਦੇ ਤੌਰ ਦੇ ਉੱਤੇ ਸਾਡੇ ਨਾਲ ਜੁੜ ਰਹੇ ਨੇ। ਸਰ ਬਹੁਤ ਬਹੁਤ स्वागत है। ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਜੁੜਨਗੇ ਸ਼੍ਰੋਮਣੀ ਅਕਾਲੀ ਦਲ ਤੋਂ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਸਾਰੇ ਮਹਿਮਾਨਾਂ ਦਾ ਸਵਾਗਤ ਹੈ। ਮੈਂ ਸ਼ੁਰੂਆਤ ਕਰਦਾ ਅੱਜ ਬੀਜੇਪੀ ਤੋਂ। ਬੀਜੇਪੀ ਦੇ ਉੱਤੇ ਵਿਰੋਧੀ ਬਹੁਤ ਹਮਲਾਵਰ ਨੇ। कुछ विरोधी अजिहे ने जिहड़े नवे इकट्ठे हुए ने, जिन्हां दे विच कांग्रेस ते आम आदमी पार्टी है। केंद्र दे विच इंडिया गठजोड़ दे विच दोवें पार्टियां हैगियां ने ते निशाने साधे जा रहे ने राहुल गांधी तो लैके मुख्यमंत्री भगवंत मान होरां तक दे वल्लों। जयबंश जी शुरुआत तुहाडे तो ही। पॉइंट नंबर 1, राहुल गांधी दी स्टेटमेंट पंजाब ते हरियाणा दा जिक्र, और पंजाब दा जिक्र इस करके अहम हो जाता है क्योंकि पंजाब ने एक संताप झल्ले है 10-15 साल, जो पूरा 80 ਦਾ 90s ਦੀ ਸ਼ੁਰੂਆਤ, ਉਹ ਪੂਰਾ ਦਹਾਕਾ ਕਰੀਬ ਇੱਕ ਡੇਢ ਦਹਾਕਾ, ਤੇ ਉਸ ਤੋਂ ਬਾਅਦ ਬਾਰਡਰ ਸਟੇਟ ਵੀ ਹੈ। ਤਾਂ ਨਿਸ਼ਾਨੇ ਦੇ ਉੱਤੇ ਹੈ ਕਿ ਬੀਜੇਪੀ ਕੁਝ ਵੀ ਕਰ ਸਕਦੀ ਹੈ, ਬਸ ਇਹਨੂੰ ਸੱਤਾ ਚਾਹੀਏ। ਥੈਂਕ ਯੂ ਕਾਰੋ ਜੀ। ਸਭ ਤੋਂ ਪਹਿਲੇ ਤੇ ਬਹੁਤ ਅੱਛੀ ਗੱਲ ਹੈ ਕਿ ਕਾਫੀ ਇੱਥੇ ਪੋਲੀਟੀਕਲ ਐਕਟੀਵਿਟੀ ਹੋ ਰਹੀ ਹੈ। ਲੋਕ ਸਭ ਕੁਝ ਦੱਸਣਾ ਚਾਹੁੰਦੇ ਨੇ ਤੇ ਗੱਲਾਂ ਕਰ ਰਹੇ ਨੇ ਤੇ ਜਾਗਰਤੀ ਪੈਦਾ ਕਰ ਰਹੇ ਨੇ। ਹੋਣਾ ਚਾਹੀਦਾ, ਇੱਕ ਡੈਮੋਕ੍ਰੇਸੀ ਦੇ ਵਿੱਚ ਸਭ ਕੁਝ ਹੋਣਾ ਚਾਹੀਦਾ ਹੈ। ਪਰ ਜਿਹੜੇ ਤੁਸੀਂ ਮੁੱਦੇ ਉਠਾਉਂਦੇ ਹੋ ਉਹ ਮੁੱਦਿਆਂ ਦੇ ਵਿੱਚ ਕੋਈ ਦਮ ਵੀ ਹੋਣਾ ਚਾਹੀਦਾ ਹੈ। ਅਨਫੋਰਚੂਨੇਟਲੀ ਮੈਂ ਦੇਖ ਰਿਹਾ ਕਿ ਜਿਹੜੇ ਮੁੱਦੇ ਉਠਾ ਰਹੀ ਹੈ ਓਪੋਜੀਸ਼ਨ INDIA, ਉਹਨਾਂ ਵਿੱਚ ਕੋਈ ਦਮ ਨਹੀਂ ਹੈ। ਰਾਹੁਲ ਗਾਂਧੀ ਜੀ ਨੇ ਕਹਿਤਾ ਕਿ ਸੱਤਾ ਦੇ ਵਾਸਤੇ BJP RSS ਕੁਝ ਵੀ ਕਰ ਸਕਦੀ ਹੈ। ਅਸੀਂ ਤੇ 70 ਸਾਲ 60 ਸਾਲ ਸੱਤਾ ਦੇ ਬਾਹਰ ਹੀ ਰਹੇ ਹਾਂ, ਉਦੋਂ ਵੀ ਅਸੀਂ ਦੇਸ਼ ਦੀ ਸੇਵਾ ਕਰਦੇ ਸੀਗੇ, ਅੱਗੇ ਵੀ ਅਸੀਂ ਦੇਸ਼ ਦੀ ਸੇਵਾ ਕਰਦੇ ਰਵਾਂਗੇ। ਤੇ RSS ਤੇ ਇੱਕ ਪੋਲੀਟੀਕਲ ਆਰਗੇਨਾਈਜੇਸ਼ਨ ਹੈ ਹੀ ਨਹੀਂ, ਉਹ ਤੇ ਇੱਕ ਸੋਸ਼ਲ ਆਰਗੇਨਾਈਜੇਸ਼ਨ ਹੈ। ਉਹ ਸਕੂਲਸ ਚਲਾਉਂਦੀ ਹੈ, ਇੰਸਟੀਟਿਊਸ਼ਨਸ ਚਲਾਉਂਦੀ ਹੈ, ਲੋਕਾਂ ਦੀ ਮਦਦ ਕਰਦੀ ਹੈ। ਹੁਣ ਜਦੋਂ ਇੱਥੇ ਪਟਿਆਲੇ 'ਚ ਫਲੱਡ ਹੋਏ ਸੀਗੇ ਤੇ RSS ਦੇ ਕਾਰਜਕਰਤਾ ਜਗ੍ਹਾ ਘਰ ਦੇ ਵਿੱਚ ਜਾ ਕੇ ਚੀਜ਼ਾਂ ਵੰਡਦੇ ਪਏ ਸੀਗੇ। ਸੋ ਮਤਲਬ ਰਾਹੁਲ ਗਾਂਧੀ ਜੀ ਨੂੰ ਘੱਟ ਤੋਂ ਘੱਟ ਕਹਿਣ ਤੋਂ ਪਹਿਲੇ ਕੁਝ ਸੋਚ ਤੇ ਲੈਣਾ ਚਾਹੀਦਾ ਕਿ ਕੀ ਕਹਿ ਰਹੇ ਨੇ, ਕੀ ਕਰ ਰਹੇ ਨੇ। ਬਾਕੀ ਜਿਹੜੀਆਂ ਦੋ ਸਟੇਟਾਂ ਉਹਨਾਂ ਦੇ ਦਿਮਾਗ ਦੇ ਵਿੱਚ ਆ ਗਈਆਂ, ਇੱਕ ਪੰਜਾਬ ਆ ਗਈ, ਹਰਿਆਣਾ ਆ ਗਿਆ, ਕੋਈ ਦੂਸਰੀ ਆ ਜਾਂਦੀ ਉਹਨੂੰ ਬੋਲ ਦਿੰਦੇ। ਮੇਰੇ ਹਿਸਾਬ ਦੇ ਨਾਲ ਤੇ ਉਹਨਾਂ ਦਾ ਬੋਲਣ ਦਾ ਕੋਈ ਇਹਦੇ ਵਿੱਚ ਕੋਈ ਐਸਾ ਕੋਈ ਵਿਚਾਰਧਾਰਾ ਨਹੀਂ ਸੀਗੀ। ਬਸ ਉਹਨਾਂ ਨੇ ਦੋ ਸਟੇਟ ਦਾ ਨਾਂ ਲੈਣਾ ਸੀਗਾ, ਇਹ ਦੋ ਸਟੇਟਾਂ ਲੈ ਦਿੱਤੀਆਂ ਕਿਉਂਕਿ ਇਹਨਾਂ ਸਟੇਟਾਂ ਦੇ ਵਿੱਚ ਤੇ ਇਸ ਵੇਲੇ ਕੋਈ ਵੀ ਐਸੀ ਕੋਈ ਇੰਸਰਜੈਂਸੀ, ਕੋਈ ਸਿਵਲ ਡਿਸਓਬੀਡੀਐਂਸ, ਕੋਈ ਕਮਿਊਨਲ ਕਨਫਲਿਕਟ, ਕੋਈ ਵੀ ਐਸੀ ਗੱਲ ਨਹੀਂ ਹੈ। ਪੰਜਾਬ ਦੇ ਵਿੱਚ ਜਿਹੜੀ ਪ੍ਰੋਬਲਮ ਹੈ ਉਹ ਤੇ ਡਿਵੈਲਪਮੈਂਟ ਦੀ ਪ੍ਰੋਬਲਮ ਹੈਗੀ ਹੈ। ਇਸ ਵੇਲੇ ਅਸੀਂ ਫਲੱਡ ਦੇ ਨਾਲ ਜੂਝ ਰਹੇ ਹਾਂ। ਆ ਕੇ ਕੀ ਕੀਤਾ ਇਹਨਾਂ ਨੇ ਫਲੱਡ ਦੇ ਬਾਰੇ? ਇਹਨਾਂ ਕੋਲੋਂ ਤੇ ਹਜੇ ਤੱਕ ਸੈਂਟਰ ਕੋਲੋਂ ਸਾਰੀ ਆਪਣੀ ਜਿਹੜੀ ਮੁਆਵਜ਼ਾ ਲੈਣਾ ਚਾਹੀਦਾ ਸੀ ਉਹ ਨਹੀਂ ਲਿਆ ਗਿਆ। ਇੰਟਰਿਮ ਰਿਲੀਫ ਨੂੰ ਇਹ ਲੋਕ ਖਾ ਗਏ। ਤੇ ਇਹਨਾਂ ਨੂੰ ਮੈਂ ਦੱਸ ਰਿਹਾ ਜਿਹੜਾ ਰੀਹੈਬਿਲਿਟੇਸ਼ਨ ਦਾ ਪ੍ਰੋਸੈਸ ਹੁੰਦਾ ਨਾ ਰਾਹੁਲ ਜੀ, ਇਹਦੇ ਬਾਰੇ ਇਸ ਗਵਰਨਮੈਂਟ ਨੂੰ ਕੁਝ ਪਤਾ ਨਹੀਂ। ਦੇ ਆਰ ਬੀਇੰਗ ਵੈਰੀ ਕੈਜੂਅਲ ਅਬਾਊਟ ਇਟ। ਮੈਂ ਬਹੁਤ ਸਾਰੇ ਨੈਚੁਰਲ ਡਿਜ਼ਾਸਟਰਸ ਦੇਖੇ ਨੇ। 2005 ਦੇ ਵਿੱਚ ਮੈਂ J&K 'ਚ ਸੀਗਾ ਜਦੋਂ ਅਰਥਕੁਏਕ ਆਈ। ਬਹੁਤ ਬੁਰਾ ਹਾਲ ਹੁੰਦਾ ਹੈ, ਕਈ ਸਾਲ ਲੱਗ ਜਾਂਦੇ ਨੇ। ਇਸ ਗਵਰਨਮੈਂਟ ਦੀ ਸ਼ਾਇਦ ਪੂਰੀ ਟਰਮ ਹੀ ਨਿਕਲ ਜਾਏ ਇਹ ਫਲੱਡ ਨੂੰ ਠੀਕ ਕਰਨ ਵਾਸਤੇ। ਤੇ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਬਾਰੇ ਕੋਈ ਪ੍ਰੋਬਲਮ ਹੀ ਹੈ ਨਹੀਂ। ਇਹ ਤੇ ਬਸ ਠੀਕ ਹੈ, ਮੋਦੀ ਜੀ ਨੂੰ ਇਹ ਘੇਰ ਲਓ। ਮੋਦੀ ਸਟੇਟਮੈਂਟ ਹੋ ਗਈ ਸਰ। ਦੇਖੋ ਰਾਜਪਾਲ ਦੇ ਬਹਾਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਟੇਟਮੈਂਟ ਵੀ ਸੁਣੋ। ਉਹ ਵੀ ਕਹਿ ਰਹੇ ਨੇ ਕਿ ਸੈਂਟਰ ਇੱਕ ਤਰੀਕੇ ਨਾਲ पूरा ऑपरेट करने की देश कोशिश कर रहा है राजपाल के जरिए भी।
ਕਿ ਮਤਲਬ ਵੇਅਰ ਇਜ਼ ਕੋਈ ਪ੍ਰੂਫ ਦੱਸੋ। ਤੁਸੀਂ ਜਰਨਲਿਸਟ ਹੋ, ਮੈਂ ਤੁਹਾਡੇ ਕੋਲੋਂ ਵੀ ਪੁੱਛਣਾ ਕਿ ਕੀ ਇਹ ਟਾਈਮ ਹੈਗਾ ਹੈ ਜਦੋਂ ਕਿ ਭਗਵੰਤ ਮਾਨ ਜੀ ਨੂੰ ਐਸੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ? ਉਹ ਫਲੱਡਸ ਦੀਆਂ ਗੱਲਾਂ ਕਰਨ, ਅਗਰ ਉਹ ਕਹਿ ਦੇਣ ਕਿ ਸੈਂਟਰ ਮੁਆਵਜ਼ਾ ਨਹੀਂ ਦੇ ਰਿਹਾ ਟਾਈਮ ਸਿਰ, ਤੇ ਫਿਰ ਮੈਨੂੰ ਇੱਥੇ ਜਵਾਬਦਾਰੀ ਦੇਣੀ ਪੈ ਜਾਂਦੀ ਹੈ ਕਿ ਵੀ ਸੈਂਟਰ ਮੁਆਵਜ਼ਾ ਕਿਉਂ ਨਹੀਂ ਦੇ ਰਿਹਾ। ਸੈਂਟਰ ਤੇ ਆਪਣੀ ਟੀਮ ਭੇਜ ਰਿਹਾ ਉੱਥੋਂ ਦੀ ਫਲੱਡਸ ਦੇ ਵਾਸਤੇ ਅਸੈਸਮੈਂਟ ਕਰਨ ਵਾਸਤੇ, ਕਿਉਂਕਿ ਇਹਨਾਂ ਕੋਲੋਂ ਕੁਝ ਕੀਤਾ ਨਹੀਂ ਜਾ ਰਿਹਾ। ਦੇਖੋ ਗੌਰਵ ਜੀ, ਗਵਰਨਮੈਂਟ ਦੇ ਦੋ ਕੰਮ ਹੁੰਦੇ ਨੇ, ਬਿੱਲ ਪਾਸ ਕਰਨਾ ਛੋਟਾ ਕੰਮ ਹੁੰਦਾ ਹੈ, ਗਵਰਨੈਂਸ ਕਰਨੀ ਵੱਡਾ ਕੰਮ ਹੁੰਦਾ ਹੈ। ਗਵਰਨੈਂਸ ਦੇ ਵਿੱਚ ਤੇ ਫੇਲ ਹੋ ਰਹੇ ਨੇ, ਬਿੱਲ ਪਾਸ ਕਰਕੇ ਦੇ ਆਰ ਟਰਾਈਂਗ ਟੂ ਕੀ ਕਹਿੰਦੇ ਨੇ ਵਿਨ ਪਬਲਿਕ ਫੇਵਰ। ਏਦਾਂ ਕੰਮ ਨਹੀਂ ਚੱਲਦੇ। ਕੋਈ ਵੀ ਕੰਟਰੀ ਜਿਹੜੀ ਹੈ, ਕੋਈ ਵੀ ਸਾਡੀ ਪੋਲਿਟੀ ਭਾਰਤ ਦੀ ਪੋਲਿਟੀ ਏਡੀ ਕੋਈ ਬੇਵਕੂਫ ਨਹੀਂ ਹੈ ਜਿਹਨੂੰ ਤੁਸੀਂ ਗੱਲਾਂ ਕਰਕੇ ਭਰਮਾ ਲੋਗੇ। ਇਹਨਾਂ ਨੂੰ ਮੇਰੇ ਹਿਸਾਬ ਦੇ ਨਾਲ ਹਿੰਦੁਸਤਾਨ ਨੂੰ ਇੱਕ ਬਹੁਤ ਅੱਛੀ ਵਾਈਬ੍ਰੈਂਟ ਓਪੋਜੀਸ਼ਨ ਦੀ ਜ਼ਰੂਰਤ ਹੈ। ਇਹਨਾਂ ਨੂੰ ਆਪਣੇ ਮੁੱਦਿਆਂ ਦੇ ਉੱਤੇ ਰੀਥਿੰਕ ਕਰ ਲੈਣਾ ਚਾਹੀਦਾ ਹੈ, ਕਿਉਂਕਿ ਇਹਨਾਂ ਦੇ ਮੁੱਦਿਆਂ ਦੇ ਵਿੱਚ ਕੋਈ ਦਮ ਹੈ ਨਹੀਂ। ਠੀਕ ਹੈ, ਅਹਿਬਾਬ ਗਰੇਵਾਲ ਜੀ, ਇਨਫੈਕਟ ਹੁਣ ਸਾਡੇ ਨਾਲ ਕਰਨੈਲ ਸਿੰਘ ਪੀਰ ਮੁਹੰਮਦ ਜੀ ਵੀ ਜੁੜ ਚੁੱਕੇ ਨੇ। ਪੀਰ ਮੁਹੰਮਦ ਸਾਹਿਬ, ਬਹੁਤ ਬਹੁਤ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਤੋਂ। ਮੈਂ ਤੁਹਾਡੇ ਕੋਲ ਆਵਾਂਗਾ, ਪਰ ਉਸ ਤੋਂ ਪਹਿਲਾਂ ਇੱਕ ਵਾਰੀ ਅਹਿਬਾਬ ਗਰੇਵਾਲ ਜੀ ਦਾ ਰੁਖ ਕਰ ਲਵਾਂ। ਗਰੇਵਾਲ ਸਾਹਿਬ, ਮੁੱਦੇ ਬਹੁਤ ਸਾਰੇ ਨੇ, ਪਰ ਮੈਂ ਰਾਜਪਾਲ ਵਾਲੇ ਮੁੱਦੇ ਉੱਤੇ ਤੁਹਾਡੇ ਤੋਂ ਸਵਾਲ ਔਰ ਫੋਕਸ ਕਰਨ ਦੀ ਕੋਸ਼ਿਸ਼ ਕਰਾਂਗਾ। ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਦਿੱਲੀ ਦੇ ਵਿੱਚ ਜ਼ਿਕਰ ਕਰਦੇ ਨੇ ਰਾਜਪਾਲ ਦਾ, ਉਹ ਵੀ ਜ਼ਿਕਰ ਕਰਦੇ ਨੇ ਕਿ ਦੱਸੋ ਕਿਹੜੇ ਕਿਹੜੇ ਰਾਜਪਾਲ ਤੁਹਾਨੂੰ ਯਾਦ ਨੇ, ਕਿ ਕੌਣ ਕਿੱਥੇ ਲੱਗਿਆ ਹੋਇਆ ਹੈ, ਕਿ ਗੈਰ ਬੀਜੇਪੀ ਜਾਂ ਸਟੇਟ ਰੂਲਿੰਗ ਸਟੇਟਸ ਨੇ ਉੱਥੇ ਹੀ ਜਿਹੜੇ ਰਾਜਪਾਲ ਨੇ ਐਕਟਿਵ ਨੇ। ਦੇਖੋ, ਬੀਜੇਪੀ ਨੂੰ ਇਹ ਲੱਗਦਾ ਕਿ ਤੁਹਾਡੇ ਕੋਲ ਇਸ਼ੂਜ਼ ਦੀ ਘਾਟ ਹੈ, ਇਹ ਜਿਹੜੇ ਤੁਸੀਂ ਇਸ਼ੂ ਚੁੱਕ ਰਹੇ ਹੋ ਉਹਨੇ ਵੱਡੇ ਨਹੀਂ ਨੇ। ਦੂਜੀ ਗੱਲ, ਰਾਜਪਾਲ ਅੱਜ ਫਿਰ ਕਲੀਅਰ ਕਰ ਗਏ, ਕਹਿੰਦੇ ਜਿਹੜਾ ਤੁਸੀਂ ਸੈਸ਼ਨ ਸੱਦਿਆ ਉਹ ਗੈਰ ਸੰਵਿਧਾਨਿਕ ਸੀ, ਇਸ ਕਰਕੇ ਜਿਹੜੇ ਉਸ ਦੇ ਵਿੱਚ ਬਿਜ਼ਨਸ ਹੋਇਆ ਜਾਂ ਬਿੱਲ ਹੋਏ ਉਹ ਵੀ ਫਿਰ ਗੈਰ ਸੰਵਿਧਾਨਿਕ। ਗੌਰਵ ਜੀ, ਦੇਖੋ, ਮੈਨੂੰ ਜੈਬੰਸ ਜੀ ਦੀ ਗੱਲ ਦਾ ਇੱਕ ਅੱਖਰ ਨਹੀਂ ਸੁਣਿਆ, ਪਰ ਮੈਨੂੰ ਪਤਾ ਕੀ ਬੋਲੇ ਹੋਣਗੇ। ਰਹੀ ਗੱਲ ਗਵਰਨਰ ਸਾਹਿਬ ਦੀ, ਗਵਰਨਰ ਸਾਹਿਬ ਦੇਖੋ, ਇੱਕ ਤਰ੍ਹਾਂ ਦੀ ਰਾਜਨੀਤੀ ਹੁੰਦੀ ਆ ਰਹੀ ਸੀ। ਤੁਸੀਂ ਪੰਜਾਬ ਦੀ ਗੱਲ ਕੀਤੀ, ਪੰਜਾਬ ਤਾਂ ਬਟਵਾਰਾ ਹੋਇਆ ਜੀ 47 ਚ, ਫੇਰ ਹੋਇਆ ਜੀ 60 ਦੇ ਦਸ਼ਕ ਚ, ਫਿਰ ਪੰਜਾਬ ਨੇ ਸੰਤਾਪ ਭੋਗਿਆ 80-90 ਚ, ਮਸਾ ਪੰਜਾਬ ਲੀਕ ਤੇ ਆਏ, ਲੁੱਟ ਖਾ ਗਏ। ਹੁਣ ਪੰਜਾਬ ਨੇ ਆਪਦੀ ਮਰਜ਼ੀ ਕੀਤੀ, ਇਹਨਾਂ ਨੇ ਫੇਰ ਬਟਵਾਰਾ ਕਰਾਉਣ ਦੀ ਕੋਸ਼ਿਸ਼ ਕੀਤੀ, ਡਰਾਮਾ ਪੂਰਾ ਹੋਇਆ। ਫੇਰ ਪਹਿਲੀ ਗੱਲ, ਹੁਣ ਰਹੀ ਗਵਰਨਰ ਸਾਹਿਬ ਦੀ ਗੱਲ, ਗਵਰਨਰ ਸਾਹਿਬ ਕਹਿੰਦੇ ਸੈਸ਼ਨ ਵੀ ਇਲੀਗਲ ਹੈ ਤਾਂ ਲॉस कैसे होंगे। ਮੁੱਖ ਦੀ ਗੱਲ ਇਹ ਹੈ ਕਿ ਧਰਮ ਤੇ ਕਾਪੀਰਾਈਟ ਸਾਡਾ ਤੇ ਸਾਡੇ ਭਰਾਵਾਂ ਦਾ ਬਣਿਆ ਰਵੇ। ਹਿੰਦੂ ਖਤਰੇ 'ਚ ਬੀਜੇਪੀ ਨੇ ਪਾਏ, ਅਕਾਲੀ ਦਲ ਨੇ ਪੰਥ ਖਤਰੇ 'ਚ ਹੀ ਰੱਖਿਆ। ਸੋ ਹੁਣ ਦੋਵੇਂ ਖਤਰੇ 'ਚ ਰੱਖਣਗੇ, ਜੇ ਇਕੱਠੇ ਹੋਣਗੇ। ਜੇ ਦੇਖੋ ਜੀ, ਇੱਕ ਚੀਜ਼ ਖਤਰੇ 'ਚ ਹੋਊਗੀ, ਉਹਨੂੰ ਬਚਾਉਣ ਲਈ ਤੁਸੀਂ ਇਕੱਠੇ ਹੋਵੋਗੇ ਤਾਂ ਹੀ ਤਾਂ ਕੋਈ ਗੱਲ। ਇੱਕ ਸਾਰੇ ਦੇਸ਼ 'ਚ ਇੱਕ ਮਾਈਨੋਰਟੀ ਹੈ ਇਹਨਾਂ ਦੇ ਹਿਸਾਬ ਨਾਲ, ਜਿਹਨੂੰ ਕਿ ਅਕਾਲੀ ਦਲ ਰੈਪਰੈਜ਼ੈਂਟ ਕਰਦਾ ਸੀ, ਜਿਹੜੀ ਇਹਨਾਂ ਨਾਲ ਖੜੀ ਹੁੰਦੀ ਸੀ। ਅੱਜ ਪੰਜਾਬ ਨੇ ਦੱਸਤਾ ਕਿ ਅਕਾਲੀ ਦਲ ਸਾਨੂੰ ਰੈਪਰੈਜ਼ੈਂਟ ਨਹੀਂ ਕਰਦਾ। ਅੱਜ ਥੋਥਾ ਚਨਾ ਬਾਜੇਗਾ ਨਾ, ਜਿੰਨਾ ਮਰਜ਼ੀ ਇਕੱਠੇ ਹੋ ਲੈਣ। ਸੋ ਪਹਿਲੀ ਗੱਲ। ਦੂਜੀ ਗੱਲ, ਗਵਰਨਰ ਸਾਹਿਬ ਸੰਵਿਧਾਨ ਦੀ ਸਹੁੰ ਖਾਂਦੇ ਆ, ਸੰਵਿਧਾਨ ਦਾ ਸਾਰਾ ਕੁਝ ਕਰਦੇ ਆ। ਐਡੀ ਤਰਾਸਦੀ ਆ ਗਈ ਪੰਜਾਬ 'ਚ, ਇੱਕ ਮੂੰਹ ਚੋਂ ਆਵਾਜ਼ ਚੋਂ ਗੱਲ ਹੀ ਕੱਢ ਦਿੰਦੇ। ਮਾਨ ਸਾਹਿਬ ਨੇ ਤਾਂ ਹੈਲੀਕਾਪਟਰ ਵੀ ਆਫਰ ਕਰਤਾ ਸੀ ਕਿ ਲੈ ਜਾਓ, ਤੁਸੀਂ ਉੱਤੋਂ ਹੀ ਦੇਖ ਆਓ, ਤੁਸੀਂ ਉੱਤੋਂ ਹੀ ਗੇੜਾ ਮਾਰਿਆ। ਉਹ ਮੋਦੀ ਜੀ ਨੂੰ ਕਹਿ ਦਿਓ ਕਿ ਇੰਨੇ ਕੁ ਤਾਂ ਭੇਜ ਦਿਓ, ਜਿੰਨੇ ਕੁ ਨੀਰਵ ਮੋਦੀ ਜਾਂ ਮਾਲੀਆ ਲੈ ਗਿਆ ਉਹਨੇ ਕੀ ਦੇ ਦਿਓ। ਨਹੀਂ, ਠੀਕ ਹੈ, ਆਪਾਂ ਪੁਆਇੰਟ ਦੇ ਉੱਤੇ ਆਈਏ ਸਰ, ਆਪਾਂ ਪੁਆਇੰਟ ਦੇ ਉੱਤੇ ਆਈਏ। ਮੈਂ ਇਸੇ ਕਰਕੇ ਕੋਸ਼ਿਸ਼ ਕਰਾਂਗਾ, ਤੁਸੀਂ ਸਿੱਧੇ ਤੌਰ ਦੇ ਉੱਤੇ ਦੱਸੋ ਕਿ ਸੈਸ਼ਨ ਨੂੰ ਲੈ ਕੇ ਤੁਹਾਨੂੰ ਲੱਗਦਾ ਕਿ ਸੈਸ਼ਨ ਵਾਲਾ ਪੂਰਾ ਮੁੱਦਾ ਇਸ ਕਰਕੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਸੈਂਟਰ ਆਪਰੇਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ? ਨਹੀਂ ਜੀ, ਨਹੀਂ, ਲਕੀਰ ਵੱਜ ਗਈ ਹੈ, ਲਕੀਰ ਵੱਜ ਗਈ ਹੈ 2024 ਚ। ਚਾਚਾ ਜੀ ਜਿਹੜੇ ਹੈ ਨਾ ਮੋਦੀ ਜੀ, ਉਹ ਜਦੋਂ ਨਵਾਂ ਚਾਚਾ ਆਉਂਦਾ 2002 ਚ ਐਕਸਪੈਰੀਮੈਂਟ ਕਰਾਇਆ ਗੁਜਰਾਤ ਚ, ਆ ਗਏ ਹਮ ਬਚਾएंगे। ਚਲੋ ਲੋਕਾਂ ਨੇ 10 ਸਾਲ ਦੇਖਿਆ ਉਹੀ ਥੱਕੇ ਟੁੱਟੇ ਡਾਇਲੌਗ, डिजिटल इंडिया, मेक इन इंडिया, फलाना इंडिया, 20,000 बलैती इकट्ठे करके स्टेडियम च, मोदी जी की जय हो गई। अच्छा जी, चलो बंटवारा होया सर इस मुल्क च बंटवारा होया। जिहड़ियां धीआं भैणां दी आपां फोटोआं देख के आपां नूं अज जाग खुली है ना। मैं 2 महीनों तो पिट रहा सीगा कि वंडे गए लोग, जिवें अपना 47 च बंटवारा होया सी, इन्हां ने मिजोरम च एक्सपैरीमेंट कर लिया। एक्सपैरीमेंट करके उत्थे क्रिश्चियन ते हिंदू अड अड हो गए, अगले अपने आपदे घरां च वड़ गए, अगले ने एक दूजे नूं मारता, धीआ पैणा। तां देखो जी, रेप इज अ वैपन ऑफ वायलेंस। ਜਿਹੜੇ ਗੰਦੇ ਇਨਸਾਨ, ਗੰਦੇ ਲੋਕ ਹੁੰਦੇ ਆ, ਜਿਹੜੇ ਉਹ ਮਰਦ ਜਿਨ੍ਹਾਂ ਦੀ ਮਰਦਾਨਗੀ ਆਪ ਮਰੀ ਹੁੰਦੀ ਹੈ, ਉਹ ਔਰਤਾਂ ਨੂੰ ਇਹੋ ਜਿਹੇ ਮੌਕੇ ਹਥਿਆਰ ਮੌਕੇ ਵਿਕਟਮਾਈਜ਼ ਕਰਕੇ ਕਹਿੰਦੇ ਅਸੀਂ ਬਹੁਤ ਬਹਾਦਰ ਹਾਂ। ਪਰ ਇਹ ਆਪਣੀਆਂ ਧੀਆਂ ਨਾਲ ਕਦੋਂ ਨਹੀਂ ਹੋਇਆ ਜੀ? ਜਦੋਂ ਬਿਲਕਿਸ ਬਾਨੋ ਦੇ ਰੇਪਿਸਟ ਨੂੰ ਅਸੀਂ ਹਾਰ ਪਵਾਵਾਂਗੇ, ਜਦੋਂ ਹਾਥਰਸ 'ਚ ਅਸੀਂ ਧੀਆਂ ਦੇ ਜਾ ਕੇ ਸੰਸਕਾਰ ਕਰ ਦਾਂਗੇ, ਜਦੋਂ ਅਸੀਂ ਰੈਸਲਰਸ ਨੂੰ ਕਵਾਂਗੇ ਕਿ ਬ੍ਰਿਜ ਭੂਸ਼ਣ ਜੀ ਤਾਂ ਐਸੇ ਹੀ ਘੁੰਮेंगे,
ਤੇ ਅਸੀਂ ਇਸ ਪੱਖ ਵੱਲ ਚੱਲ ਰਹੇ ਹਾਂ। ਠੀਕ ਹੈ, ਮੈਂ ਚਲੋ ਮੈਂ ਇੱਕ ਰਿਐਕਸ਼ਨ ਲੈ ਲਵਾਂ ਕਿ ਇੱਕ ਮਿੰਟ ਸਰ, ਇੱਕ ਮਿੰਟ ਤੁਸੀਂ ਬੜੀ ਤਫਸੀਲ ਨਾਲ ਗੱਲ ਰੱਖ ਰਹੇ ਸਾਰਿਆਂ ਕੋਲ, ਇੱਕ ਵਾਰੀ ਮੈਂ ਰੋਕ ਇਹ ਤੇ ਇਹਨਾਂ ਦੇ ਇੱਕ ਸੈਕਿੰਡ ਬਸ, ਇੱਕ ਸੈਕਿੰਡ, ਇਹ ਤੇ ਇਹਨਾਂ ਦੇ ਅਕਾਲੀ ਭਾਈ, ਇਹ ਤੇ ਇਹਨਾਂ ਦੇ ਅਕਾਲੀ ਭਾਈ ਹੁਣ ਕਿਹੜੇ ਭਾਈਚਾਰੇ ਲਈ ਇਕੱਠੇ ਹੋਣਗੇ ਇਹ ਦੱਸ ਦੇਣ, ਤੇ ਗਵਰਨਰ ਸਾਹਿਬ ਇਹ ਦੱਸ ਦੇਣ ਕਿ ਸੰਵਿਧਾਨਕ ਹੈਡ ਹੁੰਦੇ ਹੋਏ ਇੱਕ ਚਿੱਠੀ ਲਿਖੀ ਹੈ ਕਿ ਪੰਜਾਬ ਕੋ ਕੁਝ ਦੇ ਵੀ ਦੋ, ਇਹ ਜੀ ਕੋਈ ਚਿੱਠੀ ਲਿਖੀ ਹੈ ਸਕੂਲਾਂ ਚ? ਚਲੋ ਮੈਂ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗਾ। ਜੈਬੰਸ਼ ਜੀ ਹੋਪਫੁਲੀ ਤੁਹਾਡੇ ਤੱਕ ਆਵਾਜ਼ ਪਹੁੰਚੀ ਹੋਏਗੀ, ਥੋੜਾ ਇੰਤਜ਼ਾਰ ਕਰਿਓ, ਇੱਕ ਵਾਰ ਮੈਂ ਸਾਰਿਆਂ ਤੋਂ ਰਿਐਕਸ਼ਨ ਲੈ ਲਵਾਂ, ਉਸ ਤੋਂ ਬਾਅਦ ਜੈਬੰਸ਼ ਜੀ ਤੋਂ ਜਵਾਬ ਆਪਾਂ ਲਵਾਂਗੇ। ਇਸ ਦੇ ਉੱਤੇ ਕਰਨੈਲ ਸਿੰਘ ਪੀਰ ਮੁਹੰਮਦ ਜੀ ਦਾ ਰੁਖ ਕਰਦਾ। ਪੀਰ ਮੁਹੰਮਦ ਸਾਹਿਬ, ਇਸ ਪੂਰੀ ਸਿਆਸੀ ਸਕ੍ਰਿਪਟ ਨੂੰ ਅਕਾਲੀ ਦਲ ਕਿਵੇਂ ਦੇਖ ਰਿਹਾ ਹੈ? ਇੱਕ ਪਾਸੇ ਗੱਠਜੋੜ ਹੋ ਚੁੱਕਿਆ ਹੈ, ਇੰਡੀਆ ਉਸ ਦਾ ਨਾਮ ਰੱਖ ਦਿੱਤਾ ਗਿਆ, ਇੱਕ ਪਾਸੇ ਐਨਡੀਏ ਦੀ ਮੀਟਿੰਗਾਂ ਹੋ ਗਈਆਂ, ਉੱਥੇ ਤੁਸੀਂ ਹਾਜ਼ਰ ਨਹੀਂ ਸੀ ਜਾਂ ਨਜ਼ਰ ਨਹੀਂ ਆਇਆ ਅਕਾਲੀ ਦਲ, ਪਰ ਇਸ ਸਭ ਦੇ ਵਿਚਾਲੇ ਰਾਜਪਾਲ ਤੇ ਨਿਸ਼ਾਨਾ ਹੈ, ਇਸ ਸਭ ਦੇ ਵਿਚਾਲੇ ਰਾਹੁਲ ਗਾਂਧੀ ਦੇ ਜ਼ਰੀਏ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬੀਜੇਪੀ ਆਰਐਸਐਸ ਦੇ ਉੱਤੇ ਨਿਸ਼ਾਨਾ ਸਾਧ ਰਹੇ ਨੇ, ਵਾਰ ਪਲਟਵਾਰ ਹੋ ਰਿਹਾ, ਪਰ ਨਜ਼ਰਾਂ ਸਭ ਦੀਆਂ ਇਸ ਸਮੇਂ 24 ਦੇ ਉੱਤੇ। ਗੌਰਵ ਜੀ, ਸਭ ਤੋਂ ਪਹਿਲਾਂ ਤਾਂ ਨਾਪਾਕ ਗੱਠਜੋੜ ਬਾਰੇ ਤਾਂ ਆਪਾਂ ਬਾਅਦ ਚ ਆਉਣੇ ਆ। ਪਹਿਲਾਂ ਜਿਹੜਾ ਅਸਲ ਮੁੱਦਾ ਹੈ ਕਿ ਪੰਜਾਬ ਦਾ ਜਿਹੜਾ ਹੈ ਉਹ ਇਸ ਵੇਲੇ ਕਿਸ ਹਾਲਾਤਾਂ ਦੇ ਵਿੱਚੋਂ ਗੁਜ਼ਰ ਰਿਹਾ ਹੈ। ਪੰਜਾਬ ਅੱਜ ਹੜ੍ਹ ਦੀ ਮਾਰ ਦੇ ਵਿੱਚੋਂ ਗੁਜ਼ਰ ਰਿਹਾ ਹੈ, ਤੇ ਕੇਂਦਰ ਤੇ ਪੰਜਾਬ ਸਰਕਾਰ ਜਿਹੜੀ ਹੈ ਇਹਨਾਂ ਨੂੰ ਕੋਈ ਹੋਰ ਮੁੱਦਾ, ਕਿਉਂਕਿ ਕੇਂਦਰ ਸਰਕਾਰ ਨੇ ਕੋਈ ਪੰਜਾਬ ਦੀ ਸਹਾਇਤਾ ਨਹੀਂ ਕੀਤੀ, ਤੇ ਜਿਹੜੀ ਪੰਜਾਬ ਸਰਕਾਰ ਹੈ ਉਹ ਇਹਨਾਂ ਹਾਲਾਤਾਂ ਦੇ ਵਿੱਚ ਨਹੀਂ ਕਿ ਉਹ ਇੱਥੇ ਹੜ੍ਹ ਪੀੜਤਾਂ ਦੇ ਪ੍ਰਤੀ ਕੋਈ ਆਪਣਾ ਸੰਜੀਦਾ ਕੋਈ ਪ੍ਰੋਗਰਾਮ ਲੀਕ ਸਕੇ। ਅਜਿਹੇ ਹਾਲਾਤਾਂ ਦੇ ਵਿੱਚ ਇਹ ਜਦੋਂ ਕੋਈ ਜਿਹੜਾ ਇਹਨਾਂ ਨੇ ਮਰੇ ਹੋਏ ਜਿਹੜੇ ਜਿਹਨਾਂ ਨੂੰ ਆਪਾਂ ਕਹਿੰਦੇ ਆ ਕਿ ਮੁੱਦੇ, ਉਹਨਾਂ ਨੂੰ ਫਿਰ ਦੁਬਾਰਾ ਖੜੇ ਕਰਕੇ ਕੁਝ ਇਸ ਤਰ੍ਹਾਂ ਦੀ ਸਾਜ਼ਿਸ਼ ਰਚਦੇ ਆ ਕਿ ਜਿੰਦੇ ਵਿੱਚ ਇਹਨਾਂ ਦੇ ਫਿਰ 15-20 ਦਿਨ ਲੰਘ ਜਾਂਦੇ ਆ। ਹੁਣ ਤੁਸੀਂ ਦੇਖੋ ਗਵਰਨਰ ਸਾਹਿਬ ਵਾਲਾ ਮਸਲਾ ਹੈ, ਇਹ ਕੋਈ ਅੱਜ ਦਾ ਥੋੜਾ ਚੱਲ ਰਿਹਾ ਸੀ, ਇਹ ਬੜੇ ਦਿਨਾਂ ਤੋਂ ਇਹਨਾਂ ਨੂੰ ਪਤਾ ਹੈ ਕਿ ਗਵਰਨਰ ਸਾਹਿਬ ਦੇ ਕੋਲ ਜਿਹੜਾ ਵੀ ਅਸੀਂ ਬਿੱਲ ਭੇਜਦੇ ਆ ਤੇ ਉਹ ਬਿੱਲ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਹੈ। ਤੁਹਾਡੀ ਆਡੀਓ ਨਹੀਂ ਆ ਰਹੀ ਸਰ। ਜੀ ਜੀ ਜੀ, ਜਿਹੜੀ ਇਹ ਬਿਲਕੁਲ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਦੀ ਹੋਈ ਨੂੰ ਲਮਕਾਇਆ ਜਾਵੇ, ਇਹ ਲਗਾਉਣ ਵਾਲੇ ਹਾਲਾਤਾਂ ਦੇ ਵਿੱਚ ਇਹ ਜਿਹੜਾ ਇਹਨਾਂ ਦਾ। ਠੀਕ ਹੈ ਪੀਰ ਮੁਹੰਮਦ ਜੀ, ਤੁਹਾਡੀ ਆਵਾਜ਼ ਕਲੀਅਰ ਨਹੀਂ ਆ ਰਹੀ ਸਰ, ਥੋੜਾ ਨੈਟਵਰਕ ਇਸ਼ੂ ਹੈ। ਮੈਂ ਦੁਬਾਰਾ ਕੋਸ਼ਿਸ਼ ਕਰਦਾ ਕਿ ਸਾਡੀ ਟੀਮ ਤੁਹਾਡੇ ਨਾਲ ਦੁਬਾਰਾ ਰਾਬਤਾ ਕਾਇਮ ਕਰੇ ਤਾਂ ਕਿ ਗੱਲ ਤੁਹਾਡੀ ਬਹੁਤ ਕਲੀਅਰ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ, ਦਰਸ਼ਕਾਂ ਤੱਕ। ਮੈਂ ਪ੍ਰੋਫੈਸਰ ਸਾਹਿਬ ਦਾ ਰੁਖ ਕਰਦਾ, ਸਾਡੇ ਨਾਲ ਜੁੜੇ ਹੋਏ ਨੇ, ਇੱਕ ਨਿਊਟਰਲ ਜਿਹੜਾ ਓਪੀਨੀਅਨ ਆਪਾਂ ਉਹ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰ ਉਹਨਾਂ ਦਾ ਕੀ ਕੁਝ ਕਹਿਣਾ ਹੈ ਇਸ ਦੇ ਉੱਤੇ। ਪ੍ਰੋਫੈਸਰ ਗੁਰਮੀਤ ਜੀ ਦਾ ਮੈਂ ਰੁਖ ਕਰਦਾ ਸਰ, ਕਿ ਵਾਕਈ ਹਰ ਇੱਕ ਇਸ਼ੂ ਨੂੰ 2024 ਦੇ ਨਾਲ ਜੁੜਿਆ ਜਾਵੇ। ਆਮ ਤੌਰ ਤੇ ਸਿਆਸਤ ਦੇ ਵਿੱਚ ਕਿਹਾ ਜਾਂਦਾ ਹੈ ਕਿ ਇੱਥੇ ਕੁਝ ਵੀ ਬਿਨਾਂ ਮਤਲਬ ਨਹੀਂ ਹੁੰਦਾ, ਇੱਕ ਸਟੇਟਮੈਂਟ ਹੋਵੇ ਜਾਂ ਫਿਰ ਕੋਈ ਵੱਡੀ ਰੈਲੀ ਹੋਵੇ, ਸਭ ਦੇ ਪਿੱਛੇ ਕੋਈ ਨਾ ਕੋਈ ਸਿਆਸਤ ਦੇ ਵਿੱਚ ਮੋਟਿਵ ਹੁੰਦਾ ਹੈ। ਕਿ ਰਾਜਪਾਲ ਦੇ ਉੱਤੇ ਸਵਾਲ ਤੇ ਦੂਜੇ ਪਾਸੇ ਗੱਠਜੋੜ ਦੇ ਉੱਤੇ ਸਵਾਲ, ਕਿ ਹਰ ਇੱਕ ਚੀਜ਼ ਨੂੰ ਆਪਾਂ ਇਕੱਠਾ ਕਰਕੇ ਸਮਝੀਏ ਕਿ ਇਹ 24 ਦੀ ਤਿਆਰੀ ਹੈ। 24 ਦੀ ਤਿਆਰੀ ਹਰ ਇੱਕ ਪੋलिटिकल पार्टी इस समय कर रही है। देखो गौरव जी, पहली बात तो जब भी चुनाव होता है देश में, खास तौर पे जब लोकसभा का चुनाव है, तो माहौल अगर कोई कैसा भी मुद्दा हो, एक तो वो ज़्यादा चर्चा में आ जाता है, ज़्यादा उसमें गर्माहट हो जाती है, और लगातार आप जानते हो कि 2 टर्म एनडीए या मोदी जी प्रधानमंत्री रह चुके हैं, और अगला साल जो चुनाव है वो अगर वो एक पूरे उससे हैट्रिक मारने की तैयारी कर रहे हैं और उन्हें इस प्रकार का विश्वास है, और अपोजिशन भी डेस्परेट है किसी तरह से इस चीज़ को रोकने के लिए, और 10 साल एक लंबा समय भी होता है सत्ता से बाहर। केंद्र में जो विपक्षी दल हैं जितने भी, हालांकि उनमें से कुछ राज्यों में सरकारों में हैं, लेकिन और उसकी तरफ से कोशिश हो रही है। और रिसेंटली आप जानते हैं ये जो इंडिया नाम दिया गया, अभी ये आपने देखा हमारे भारतीय जनता पार्टी के भाई तो INDIA बोल रहे थे, तो वो कहीं ना कहीं इस बात को रिफ्लेक्ट करता है कि जो नया गठबंधन बना है उसको लेकर थोड़ा सा अपोजिशन ने जिस तरह का नाम रखा है उसको लेकर थोड़ी सी समस्या हो सकती है, और इसीलिए मोदी जी ने उसको काउंटर करके ईस्ट इंडिया कंपनी और जैसे उनकी आदत है वो हर चीज़ को टर्न कर देते हैं दूसरे की तरफ, तो वो उन्होंने किया है। तो ये तो हो गया चुनाव का मुद्दा जो आगे जो 2024 में इलेक्शन होना है। लेकिन जो असली बात है जो लॉन्ग रन में डैमेज कर सकती है देश के सिस्टम को, वो ये है कि जो फेडरल सिस्टम हमारे यहाँ बना हुआ है, आप जानते हो, जो संघीय ढांचा हम जिसको कहते हैं फेडरल सिस्टम को, उसमें राज्यपाल हालांकि संवैधानिक प्रमुख हैं एक तरह से, कार्यपालिका के प्रमुख जो हैं वो मुख्यमंत्री हैं, लेकिन अभी एक अपना रोल रहता है, खास बहुमत नहीं मिलता को, है ना, तो उस समय सरकार किस तरह से बनानी है, उन सारी चीजों में राज्यपाल के पास एक भूमिका रहती है। और कई राज्यों में
अलग अलग समय पे उस पर भी विवाद होता रहा, लेकिन एक वो इम्पोर्टेंस मानी जा सके। ये चीज में एक धारणा रही है लगातार कि राज्यपाल हो या केंद्र में राष्ट्रपति हो, वो एक रबर स्टैंप है, उनको इस तरह से बात हम लोग हमेशा कहते रहे। अब मुद्दा है ये कि पहले जो राज्यपाल होते थे गौरव जी, वो आमतौर पर प्रेस से बहुत ज्यादा इंटरेक्शन नहीं करते थे। वो ट्रेंड बदल रहा है। पहले मैंने कम देखा था ये ट्रेंड। विवाद तो पहले भी होते थे कुछ विषयों पर, अंदर खाते या, अब क्या है कि एक हमलावर जो एक ऑफेंस इज द बेस्ट डिफेंस वाली बात हो रही है, वो दोनों तरफ से हो रही है। अब पीछे आप जानते हैं कई इश्यूज हुए, चाहे पंजाब की यूनिवर्सिटीज में वाइस चांसलर्स लगाने की बात हुई, जिसकी वजह से आपको पता है उन्होंने कहा जी हम चांसलर की पोस्ट ही हटा देंगे, हम चांसलर ही मुख्यमंत्री को बना दें। तो ये चीजें अभी तो ठीक वो हो सकती है कि ठीक है आपकी राजनीति है, आप दलगत तौर पे आरोप लगा सकते हैं, इसमें कोई दो राय भी नहीं कि अदरवाइज सरकारें आती हैं, चाहे वो कांग्रेस की आई चाहे इनकी आई, जो पहले वाले गवर्नर हैं वो रातों रात इस्तीफे क्यों दे देते हैं? जाहिर सी बात है उनको कहा जाता है कि इस्तीफे दे दीजिए। अगर वो पार्टी लाइन से ऊपर हैं तो वो इस्तीफे क्यों देते हैं, है ना? नए गवर्नर क्यों लगाए जाते हैं? तो जाहिर सी बात है कि अब ये उम्मीद रखना कि राज्यपाल जो है वो दलगत राजनीति से ऊपर है या पार्टी से नहीं जुड़े हुए हैं, वो उम्मीद तो की जाती है। वो तो राज्य सारी जगह विरोहित हो रही है, हर चीज पार्टी लाइन पे डिसाइड होने लगी है। एक तरह ऐसा कहा जाता था जब लोग स्पीकर हो चाहे लोकसभा के, और वो कई बार स्टैंड ले लेते थे। कुछ ऐसे प्रकरण मिलते भी हैं, सोमनाथ चटर्जी का एक बार मिलता है, और भी प्रकरण मिलते हैं, ऐसे ही राज्यपालों का है। तो अब दिक्कत ये है कि जो मेरी चिंता है वो ये है कि अगर ये चाहे गलती किसकी है, किसने शुरुआत की, किसने वो की, वो भी निश्चित तौर पे वो विषय हो सकता है, लेकिन जाहिर सी बात है कि उसमें राजनीतिक पार्टियां अपने अपने चश्मे से उसको देखेंगी, अपने अपने एंगल से देखेंगी, और उनके अपने अपने तर्क हैं। अगर आप एक का सुनोगे तो आपको लगेगा इसका सही है, दूसरे का सुनोगे तो दूसरे का सही है। अब आजकल कई बार जो विवाद होते हैं वो अदालतों में जाते हैं। अब तो अदालतों में भी आप जानते हैं कि कई तरह की टिप्पणियां हो जाती हैं। उससे जो मेरी चिंता वो ये है कि लॉन्ग रन में बिल्कुल ये जो फेडरल सिस्टम है, का विवाद है वो भी चला गया था। जी जी जी, तो वही मैं कह रहा हूं। अब पहले तो ये था कि कोर्ट जो है वो करेगी। अब आप जानते हैं कई मामलों में डायरेक्ट तो लोग कोर्ट पर टिप्पणी नहीं करते, लेकिन चर्चाओं में वो भी चीजें आने लगती हैं। तो मुद्दा ये है कि कहीं जाके तो हमें रोकना पड़ेगा, जहां पर हमें देश को सबसे पहले देखना पड़ेगा, सिस्टम को बचाना पड़ेगा। अब वो किस तरफ से पहला कदम कौन उठाएगा, आप उठाओगे, दूसरा उठाएगा, केंद्र उठाएगा, ये देखने वाली बात है। बट ये जो कुछ भी माहौल बन रहा है वो अच्छा पड़ेगा कि आखिर कोई कदम उठाएगा भी या नहीं, इस तरह से चलता जाएगा। वो आमतौर पर यह भी कहा जाता है कि चीजों को दुरुस्त ना किया जाए तो फिर और वो बिगड़ती जाती हैं, वर्स्ट से वर्स्ट होती जाती हैं, एक्सट्रीम लेवल के ऊपर पहुंच जाती हैं। तो क्या सियासत उस तरीके से या उस तरफ बढ़ने लगी है या बढ़ रही है? कोई रोक नहीं रहा, कोई पहल नहीं कर रहा, कोई कदम नहीं उठा रहा। ये सारी बातें तो जरूर है। अहबाब गरेवाल जी कुछ कहना चाह रहे हैं। जयवंत जी मैं तो कौन है अहबाब गरेवाल, क्योंकि प्रोफेसर ने हिंदी बोला मैं हिंदी जवाब दूंगा। हैट्रिक मोदी जी मारने वाले हैं, ऑपोजिशन डेस्परेट है, और इसमें जो भी कुछ करना होगा। अरे रुकिए सर, मुझे बोलने दीजिए, पहले हिंदी में बता दूं। हैट्रिक मोदी जी मारने वाले हैं, ऑपोजिशन डेस्परेट है, और आपको चिंता है कि गवर्नर और सीएम के बीच में कैसे प्रावधान जोड़ेंगे, क्योंकि मणिपुर के गवर्नर का नाम आपको पता है ना मुझे पता है। लेकिन सर हमारी कोई डेस्परेशन नहीं है, हमारी डेस्परेशन हमारे देश के लिए। जब बंटवारे होते हैं, आप किस साइड, आप न्यूट्रल नहीं है। जब बंटवारे होते हैं, जब बंटवारे होके धर्मों में, लोगों में बट जाता है। हम पंजाबी हैं, हमने सहा है बंटवारा, हमने देखा है, एक बार नहीं 2-3 बार देखा है। जब बेटियों बच्चियों को यहाँ घुमाया जाता ना, हमारे ठीक है, नहीं हाँ ठीक है, आपका पॉइंट दे उत्ते मुड़िए सर, पॉइंट दे उत्ते मुड़िए, पॉइंट दे उत्ते है कि साडी लड़ाई एक सैकुलर मुल्क दी है, ते हिंदी बोलने वाला, पंजाबी बोलने वाला, गूढ़ी पंजाबी बोलने वाला जिन्ना मर्जी पाड़ पालन, छोटे मोटे मुद्दे पीर मोहम्मद जी कहते बड़े मुद्दे सैकुलरिज्म ਤਾਂ ਅਸੀਂ ਦੱਬਤਾ ਸੀ, ਅਸੀਂ ਤਾਂ ਧਰਮ ਪੂਰਾ ਲਿਆਏ ਸੀ। ਪੀਰ ਮੁਹੰਮਦ ਜੀ ਨੇ ਕਿਹਾ ਨਾ ਗੜੇ ਮੁੱਦੇ ਖਾੜ, ਓਏ ਸੈਕੂਲਰਿਜ਼ਮ ਗੜਾ ਮੁੱਦਾ। ਉਹ ਇਹ ਵੀ ਕਹਿ ਰਹੇ ਨੇ ਪੀਰ ਮੁਹੰਮਦ ਜੀ ਤੋਂ ਮੈਂ ਰਿਐਕਸ਼ਨ ਲਵਾਂ, ਉਹਨਾਂ ਦੀ ਗੱਲ ਕੰਪਲੀਟ ਨਹੀਂ ਹੋਈ। ਗਰੇਵਾਲ ਸਾਹਿਬ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਹੜ੍ਹ ਪੀੜਤਾਂ ਦੀ ਮਦਦ ਕਰਨ ਦੇ ਲਈ ਪੰਜਾਬ ਸਰਕਾਰ ਇਸ ਸਮੇਂ ਸਥਿਤੀ 'ਚ ਨਹੀਂ ਹੈ। ਕਹਿੰਦੇ ਇਸ ਕਰਕੇ ਮੁੱਦਾ ਚੁੱਕ ਰਹੇ ਨੇ, ਇਸ ਕਰਕੇ ਰਾਜਪਾਲ ਦੇ ਮੁੱਦੇ ਨੂੰ ਇੰਨਾ ਵੱਡਾ ਕਰ ਦਿੱਤਾ ਕਿ ਹੋਰ ਪਾਸੇ ਧਿਆਨ ਹੀ ਨਾ ਜਾਵੇ। ਪੀਰ ਮੁਹੰਮਦ ਜੀ ਹੋਣ, ਬੀਜੇਪੀ ਵਾਲੇ ਹੋਣ, ਕਾਂਗਰਸੀ ਹੋਣ, ਪੰਜਾਬ ਦੇ ਐਲੀਟ ਸੀਗੇ ਜਿਨ੍ਹਾਂ ਨੂੰ ਇਹ ਲੱਗਦਾ ਸੀ ਕਿ ਅਸੀਂ ਹੈਲੀਕਾਪਟਰ 'ਚੋਂ ਸਭ ਕੁਝ ਦੇਖ ਕੇ ਸਭ ਕੁਝ ਠੀਕ ਕਰ ਲਾਂਗੇ। ਉਹ ਭਾਈ ਸਾਹਿਬ ਸਾਡੇ ਵਾਲੇ ਮਾਨ ਸਾਹਿਬ ਨਾ ਜਦ ਦੇ ਹੜ੍ਹ ਆਏ ਆ, ਲੀਡਰ ਦਾ ਕੰਮ ਕੀ ਹੁੰਦਾ? ਲੀਡਰ ਦਾ ਕੰਮ ਹੁੰਦਾ ਭੀੜ ਪੈਣ ਵੇਲੇ ਵਿੱਚ ਜਾ ਕੇ ਖੜਾ ਹੋਵੇ। ਸਾਡੇ ਖੜੇ ਆ, ਦੂਜੀ ਗੱਲ
ਸੁਪਰੀਮ ਕੋਰਟ ਦੇ ਕੋਲੋਂ ਅਸੀਂ ਸਾਰਾ ਕੁਝ ਕਰਾ ਲੈਣਾ। ਜਾਓ ਇਸ ਦਾ ਮਤਲਬ ਅਸੀਂ ਤਾਂ ਇਹ ਹਿਸਾਬ ਲਾਵਾਂਗੇ। ਰੁਕੋ ਪੀਰ ਮੁਹੰਮਦ ਜੀ, ਰੁਕੋ 2 ਮਿੰਟ ਦੇ ਦਿਓ, 2 ਮਿੰਟ ਦੇ ਦਿਓ। ਉਹ ਗੱਡੀ ਦੀ ਵੀ ਆਪਣੀ ਬ੍ਰੇਕ ਲਾ ਲਓ, ਪੰਜਾਬ ਦੇ ਵਿੱਚ ਗੱਡੀ ਤੇ ਆਪਣੀ ਬ੍ਰੇਕ ਲਾ ਲਓ। ਉਹਨਾਂ ਦੀ ਗੱਲ ਪਹੁੰਚੇ ਤਾਂ ਹੀ ਪਤਾ ਲੱਗਦਾ ਕਿ ਆਖਿਰ ਪੂਰਾ ਸਟੈਂਡ ਕੀ ਹੈ। ਪੀਰ ਮੁਹੰਮਦ ਜੀ, ਕਿੱਥੇ ਤੁਹਾਡੀ ਸਰਕਾਰ? ਮੈਂ ਤੁਹਾਡੇ ਕੋਲ ਹੀ ਆ ਰਿਹਾ ਸਰ, ਥੋੜਾ ਇੱਕ ਵਾਰੀ 10 ਸੈਕਿੰਡ ਦਿਓ ਗਰੇਵਾਲ ਸਾਹਿਬ ਨੂੰ ਕੰਪਲੀਟ ਕਰ ਲੈਣ ਦਿਓ। ਗਰੇਵਾਲ ਸਾਹਿਬ ਕੰਪਲੀਟ ਕਰ ਲਓ ਪਰ ਮੈਂ ਮੁੱਦੇ ਉੱਤੇ ਰਹਿਣ ਦੀ ਰਿਕੁਐਸਟ ਕਰਾਂਗਾ। ਦੇਖੋ ਜੀ ਗਰੇਵਾਲ ਮੁੱਦੇ ਤੇ ਰਹਿ ਕੇ ਕਰੇ। ਅੱਜ ਵੀ ਬੀਬਾ ਜੀ ਨੇ ਕੀ ਕਿਹਾ, ਜੰਮੂ ਕਸ਼ਮੀਰ 'ਚ ਸਿੱਖਾਂ ਲਈ ਜਗ੍ਹਾ ਰੱਖੋ। ਉਹ ਤੁਸੀਂ ਰਾਜ 'ਚ ਰਹਿੰਦੇ ਹੋ ਤਾਂ ਪਰਵਾਹ ਨਹੀਂ ਕੀਤੀ। ਹੁਣ ਗੱਲ ਇਹ ਆ, ਅਸੀਂ ਵਿਚਾਲੇ ਖੜੇ ਆ। ਜੋ ਭੀੜ ਪਈ ਆ ਪੰਜਾਬੀਆਂ ਤੇ ਰਲ ਕੇ ਠੀਕ ਕਰਾਂਗੇ। ਤੁਹਾਡੇ ਭਾਈਵਾਲਾਂ ਨੇ 3.5 ਕਰੋੜ ਦਰਖਤ ਵੱਢਿਆ ਹਿਮਾਲਿਆ ਚੋਂ। 3.5 ਕਰੋੜ ਦਰਖਤ। ਤੁਸੀਂ ਆਮ ਆਦਮੀ ਪਾਰਟੀ ਰਾਹੁਲ ਗਾਂਧੀ ਸਟੇਟਮੈਂਟ ਦੇ ਨਾਲ ਸਹਿਮਤ ਹੈ? ਬੇਸ਼ੱਕ ਉਹਨਾਂ ਨੇ ਪੰਜਾਬ ਰਹਿਣਾ ਦਾ ਜ਼ਿਕਰ ਕਰ ਦਿੱਤਾ, ਪੰਜਾਬ ਰਹਿਣਾ ਜਾਂ ਕੋਈ ਵੀ ਸਟੇਟ ਦਾ। ਨਹੀਂ, ਮੈਂ ਰਾਹੁਲ ਗਾਂਧੀ ਦੀ ਸਟੇਟਮੈਂਟ ਨਾਲ ਕਿਉਂ ਸਹਿਮਤ ਹੈ? ਕਾਂਗਰਸ ਨੇ ਸਾਰੇ ਪਾਸੇ ਅੱਗਾਂ ਲਾਈਆਂ, ਦੇਖ ਲਿਆ ਕਿ ਆ ਰਾਜਨੀਤੀ ਕੀ ਕਰਦੀ ਹੈ। ਕਾਂਗਰਸ ਅੱਜ 53 ਤੇ ਆ ਗਈ, 53 ਤੇ ਆ ਗਈ। ਹੁਣ ਕਾਂਗਰਸ ਨੂੰ ਅਕਲ ਇਹ ਆਈ ਕਿ ਭਾਈ ਇਹ ਵੰਡ ਮਾੜੀ ਹੁੰਦੀ ਹੈ। 84 ਚ ਪੀਕ ਹੋਈ ਸੀ ਕਾਂਗਰਸ ਦੀ, ਜਦੋਂ ਉਹਨਾਂ ਨੇ ਸਭ ਤੋਂ ਵੱਡੀ ਵੰਡ ਪਾਈ ਸੀ ਦੇਸ਼ ਦੀ। ਉਸ ਤੋਂ ਬਾਅਦ ਕਾਂਗਰਸ ਥੱਲੇ ਹੀ ਆਈ ਹੈ। ਤੇ ਇਹ ਮਨੀਪੁਰ ਦੀ ਸੱਟ ਤੇ ਜਿਹੜੀਆਂ ਵੰਡੀਆਂ ਪਾਈਆਂ ਨੇ, ਤੁਸੀਂ ਗੌਰਵ ਜੀ ਅੱਜ ਸੁਣੋ, ਪੰਜਾਬ ਤੋਂ ਬਾਹਰ ਨਿਕਲੋ, ਲੋਕਾਂ ਨੂੰ ਇਹ ਲੱਗਦਾ ਪੰਜਾਬ ਖਾਲਿਸਤਾਨੀ ਬਣਾ ਰਿਹਾ ਹੈ। 4 ਬੇਵਕੂਫ ਕੈਨੇਡਾ 'ਚ ਇਕੱਠੇ ਹੁੰਦੇ ਆ, ਇਹਨਾਂ ਦੇ ਗੋਦੀ ਮੀਡੀਆ ਨੇ, ਇਹਨਾਂ ਦੇ ਇਨਫਲੂਐਂਸਰ ਨੇ, ਕੀ ਨਾ ਆਰੀਆ ਜਿਹਾ, ਜਿਨ੍ਹਾਂ ਨੇ ਪਾਇਆ ਕਿ ਖਾਲਿਸਤਾਨ। ਉਹ ਤੁਸੀਂ ਗੱਲ ਸੁਣੋ ਜੀ, ਅਸੀਂ ਪੰਜਾਬ 'ਚ ਜਵਾਬ ਲੈ ਲੈਣ ਦੋ ਸਰ, ਪੁਸ਼ ਕਰ ਨਹੀਂ ਦਿੰਦੇ। ਨਹੀਂ, ਤੁਸੀਂ ਕਹਿ ਰਹੇ ਹੋ ਕਿ ਇੱਥੇ ਡਿਵਾਈਡ ਕਰਨ ਦੀ ਕੋਸ਼ਿਸ਼ ਹੈ, 2024 ਟਾਰਗੇਟ ਹੈ, ਕਲੀਅਰ ਆਹੀ ਕਹਿਣਾ ਚਾਹ ਰਹੇ ਹੋ? ਠੀਕ ਹੈ, ਥੋੜਾ ਜਿਹਾ ਵੇਟ ਕਰਿਓ। ਜੈਬਾਂਸ਼ ਜੀ ਤੋਂ ਮੈਂ ਜਵਾਬ ਲੈਣਾ, ਪਰ ਪੀਰ ਮੁਹੰਮਦ ਸਾਹਿਬ ਕੁਝ ਕਹਿਣਾ ਚਾਹ ਰਹੇ ਸੀ। ਪੀਰ ਮੁਹੰਮਦ ਜੀ। ਮੈਂ ਗੌਰਵ ਜੀ, ਮੈਂ ਕਹਿਣਾ ਚਾਹਣਾ ਕਿ ਇਹਨਾਂ ਦੇ ਸੰਸਦ ਮੈਂਬਰ ਜਿਹੜੇ ਰਾਜ ਸਭਾ ਦੇ ਵਿੱਚ ਬਣਾਏ 5, ਉਹਨਾਂ ਨੂੰ ਤਾਂ ਹੁਣ ਪੰਛੀ ਵੀ ਠੂੰਗੇ ਮਾਰ ਕੇ ਕਹਿਣ ਲੱਗ ਪਏ ਆ ਕਿ ਤੁਸੀਂ ਪੰਜਾਬ 'ਚ ਜਾਓ ਭਾਈ, ਇੱਥੇ ਕੀ ਕਰਦੇ ਜੇ ਫਾਈਲਾਂ ਫੜ ਕੇ। ਮਤਲਬ ਇਹ ਆ ਕਿ ਇਸ ਵਕਤ ਜਿਹੜੇ ਹਾਲਾਤ ਨੇ ਕਿ ਇਹਨਾਂ ਦੇ 5 ਰਾਜ ਸਭਾ ਦੇ ਮੈਂਬਰ ਜਿਹੜੇ, ਉਹਨਾਂ 'ਚ ਇੱਕੋ ਬਾਬਾ ਬਲਵੀਰ ਸਿੰਘ ਸੀਚੇਵਾਲ ਤੋਂ ਬਗੈਰ ਕੋਈ ਇਹਨਾਂ ਦਾ ਇੱਕ ਮੈਂਬਰ ਦੱਸ ਦਿਓ ਜਿਹੜਾ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੀ ਸਾਰ ਲੈਣ ਆਇਆ ਹੋਵੇ। ਜਦੋਂ ਇਹਨਾਂ ਨੇ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਐਮਐਲਏਜ਼ ਨੇ, ਉਹ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਪੁਲਿਸ ਨਾਲ ਪੰਗੇ ਲੈ ਰਹੇ ਨੇ, ਕੋਈ ਕਿਸੇ ਪੱਤਰਕਾਰ ਨੂੰ ਕੁੱਟ ਰਿਹਾ, ਤੇ ਜਿਹੜਾ ਅਸਲ ਮਨੋਰਥ ਹੈ ਉਸ ਦੇ ਵੱਲ ਧਿਆਨ ਨਹੀਂ ਗਾ, ਤੇ ਫਿਰ ਮੁੜ ਕੇ ਗੱਲ ਆ ਜਾਂਦੀ ਗਵਰਨਰ ਸਾਹਿਬ ਕੋਲ ਕਿ ਗਵਰਨਰ ਸਾਹਿਬ। ਠੀਕ ਹੈ, ਮਤਲਬ ਤੁਹਾਨੂੰ ਲੱਗ ਰਿਹਾ ਅਕਾਲੀ ਦਲ ਨੂੰ, ਪੀਰ ਮੁਹੰਮਦ ਜੀ, ਅਕਾਲੀ ਦਲ ਨੂੰ ਲੱਗ ਰਿਹਾ ਕਿ ਗਵਰਨਰ ਵਾਲਾ ਮੁੱਦਾ ਨਾ ਚੁੱਕਿਆ ਜਾਵੇ ਫਿਲਹਾਲ ਦੇ ਲਈ। ਮੈਂ ਇਹ ਗੱਲ ਕਹਿ ਰਿਹਾ ਕਿ ਗਵਰਨਰ ਸਾਹਿਬ ਦੇ ਨਾਲ ਟੇਬਲ ਟਾਕ ਕਰ ਲੈਣ ਬੈਠ ਕੇ, ਕੇਂਦਰ ਸਰਕਾਰ ਨਾਲ ਕਰ ਲੈਣ, ਲੇਕਿਨ ਪੰਜਾਬ ਦੇ ਲੋਕਾਂ ਨੂੰ ਕਿਉਂ ਦੁਖੀ ਕਰ ਰਹੇ ਨੇ? ਇਹ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ 92 ਵਿਧਾਇਕ ਦੇ ਦਿੱਤੇ, ਇਹਨਾਂ ਨੂੰ ਇੰਨਾ ਵੱਡਾ ਮੈਂਡੇਟ ਦੇ ਦਿੱਤਾ, ਉਸ ਤੋਂ ਬਾਅਦ ਪੰਜਾਬ ਦੇ ਲੋਕ ਕੀ ਕਰਨ? ਜਿਹੜੀਆਂ ਇਹਨਾਂ ਨੇ ਗਰੰਟੀਆਂ ਦਿੱਤੀਆਂ ਉਹਨਾਂ ਤੋਂ ਭੱਜ ਗਏ। ਜਿਹੜਾ ਕੇਂਦਰ ਸਰਕਾਰ ਨੇ ਪੈਸਾ ਦਿੱਤਾ ਉਹ ਪੈਸਾ ਵੀ ਨਹੀਂ ਡਿਸਟ੍ਰੀਬਿਊਟ ਕਰ ਰਹੇ। ਚਲੋ ਠੀਕ ਹੈ, ਹਾਂ ਥੋੜਾ ਜਿਹਾ ਵੇਟ ਕਰੋ, ਥੋੜਾ ਜਿਹਾ ਵੇਟ ਕਰੋ, ਇੱਕ ਵਾਰੀ ਥੋੜਾ ਜਿਹਾ ਵੇਟ ਕਰਿਓ। ਗਰੇਵਾਲ ਸਾਹਿਬ ਤੁਸੀਂ ਵੇਟ ਕਰਿਓ, ਜੈਮਾਨ ਜੀ ਬਹੁਤ ਦੇਰ ਦੇ ਇੰਤਜ਼ਾਰ ਕਰ ਰਹੇ ਨੇ, ਠੀਕ ਹੈ, ਥੋੜਾ ਇੱਕ ਵਾਰੀ ਜੈਮਾਨ ਜੀ ਦਾ ਰੁਕ ਕਰਨਾ। ਜੈਮਾਨ ਜੀ ਦੇਖੋ, ਘੁੰਮ ਫਿਰ ਕੇ ਗੱਲ ਜਦੋਂ 24 ਦੀ ਚੱਲ ਰਹੀ ਹੈ ਤਾਂ ਤੁਹਾਡੇ ਵਿਰੋਧੀਆਂ ਨੂੰ, ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ ਕਿ ਇਹ ਸਭ ਕੁਝ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਟਾਰਗੇਟ ਹੈ 2024 ਕਿ ਬਸ ਸੱਤਾ ਮਿਲ ਜਾਵੇ ਕਿਸੇ ਵੀ ਤਰੀਕੇ ਨਾਲ, ਔਰ ਖਾਸ ਤੌਰ ਤੇ ਰਾਜਪਾਲ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਹਾਂਜੀ, ਬਿਲਕੁਲ ਸਹੀ ਕਹਿੰਦੇ ਨੇ ਸਾਡੇ ਵਿਰੋਧੀ ਜੀ। ਮੈਂ ਵੀ ਇਹੋ ਹੀ ਕਹਿਣਾ, ਇਹ ਸਾਰੀਆਂ ਜਿਹੜੀਆਂ 26 ਔਡ ਪਾਰਟੀਆਂ ਨੇ ਜਿਹੜੀਆਂ ਇਕੱਠੀਆਂ ਹੋਈਆਂ ਨੇ, ਇਹਨਾਂ ਦਾ ਕੰਮ ਹੀ ਇਹ ਹੈ ਕਿ ਵੋਟਸ ਨੂੰ ਡਿਵਾਈਡ ਕਰਕੇ, ਲੋਕਾਂ ਨੂੰ ਕਮਿਊਨਲ ਲਾਈਨਸ ਦੇ ਉੱਤੇ ਡਿਵਾਈਡ ਕਰਕੇ ਤੁਸੀਂ ਵੋਟਸ ਲਓ ਤੇ ਸੱਤਾ ਚਾਓ। ਇਹ ਸਾਰੇ ਇਹਨਾਂ ਗੱਲਾਂ ਦੇ ਵਿੱਚ ਬਹੁਤ ਪੁਰਾਣੇ ਐਕਸਪਰਟ ਨੇ, ਇਹਨਾਂ ਚੀਜ਼ਾਂ ਦੇ ਉੱਤੇ ਹੀ ਇਹਨਾਂ ਦੀਆਂ ਪਾਰਟੀਆਂ ਚੱਲੀਆਂ ਨੇ। ਐਸਪੀ ਹੋਏ ਜਾਂ ਮਮਤਾ ਬੈਨਰਜੀ ਹੋਏ ਜਾਂ ਕਾਂਗਰਸ ਹੋਏ, ਜਿਹਨੇ 60 ਸਾਲ ਮੁਸਲਿਮ ਵੋਟ ਨੂੰ ਨਰਚਰ ਕਰਕੇ ਤੇ ਇੱਥੇ ਰਾਜ ਕੀਤਾ। ਸੋ ਇਹਨਾਂ ਗੱਲਾਂ ਦੇ ਵਿੱਚ ਇਹ ਬੜੇ ਐਕਸਪਰਟ ਨੇ। ਬੀਜੇਪੀ ਦੇ ਐਸੇ ਕੰਮ ਕਰਦੀ ਨਹੀਂ। ਅਗਰ ਬੀਜੇਪੀ ਸੜਕਾਂ ਬਣਾਉਂਦੀ ਹੈ ਸਭ ਵਾਸਤੇ ਬਣਾਉਂਦੀ ਹੈ, ਸਕੂਲ ਬਣਾਉਂਦੀ ਹੈ ਸਭ ਵਾਸਤੇ ਬਣਾਉਂਦੀ ਹੈ, ਗੈਸ ਸਿਲੰਡਰ ਦਿੰਦੀ ਹੈ ਤੇ ਸਭ ਨੂੰ ਦਿੰਦੀ ਹੈ। ਸੋ ਇਹ ਗੱਲ ਜਿਹੜੀ ਲੋਕਾਂ ਨੂੰ ਹੈ ਉਹ ਬਹੁਤ ਚੰਗੀ ਤਰ੍ਹਾਂ ਪਤਾ ਹੈ। ਐਨੀਵੇ, ਨਹੀਂ ਦੇਖੋ, ਆਮ ਆਦਮੀ ਪਾਰਟੀ ਦਾ ਜੈਬਾਨ ਜੀ, ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਕਿ ਮਣੀਪੁਰ ਦੇ ਪਿੱਛੇ, ਮਣੀਪੁਰ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਪਿੱਛੇ ਵੀ ਬੀਜੇਪੀ ਹੈ। ਹਾਂ ਠੀਕ ਹੈ ਜੀ, ਮਤਲਬ ਅੱਛਾ, ਮੈਨੂੰ ਇਹਦਾ ਜਵਾਬ ਦੇ ਲੈਣ ਦਿਓ। ਮੈਂ ਇਹ ਚਾਹਾਂਗਾ ਕਿ ਸਾਡੇ ਕੇਜਰੀਵਾਲ ਸਾਹਿਬ ਉਹ ਆਪਣੇ ਰਾਹੁਲ ਗਾਂਧੀ ਜੀ ਨੂੰ ਲੈ ਕੇ ਮਾਨ ਸਾਹਿਬ ਦੇ ਹੈਲੀਕਾਪਟਰ 'ਚ ਜਾਂ ਜਹਾਜ਼ 'ਚ ਬਹਿ ਕੇ ਇੱਕ ਵਾਰ ਮਨੀਪੁਰ ਚਲੇ ਜਾਣ, ਉੱਥੇ ਜਾ ਕੇ ਕੁੱਕੀਜ਼ ਨਾਲ ਗੱਲ ਕਰਕੇ ਆਣ,
ਮਾਈਤੀਜ਼ ਨਾਲ ਗੱਲ ਕਰਕੇ ਆਣ, ਨਾਗਾਜ਼ ਨਾਲ ਗੱਲ ਕਰਕੇ ਆਣ, ਉਹਨਾਂ ਦਾ ਦੁੱਖ ਵੰਡ ਕੇ ਆਣ, ਉਹਨਾਂ ਨੂੰ ਪੁੱਛਣ ਕਿ ਕੀ ਕਰਨਾ ਚਾਹੀਦਾ ਹੈ, ਆ ਕੇ ਇੱਥੇ ਵਾਈਟ ਪੇਪਰ ਕੱਢਣ, ਵਾਈਟ ਪੇਪਰ ਕੱਢਣ, ਸਾਨੂੰ ਕੋਈ ਸਲਾਹ ਦੇਣ, ਕੋਈ ਮਸ਼ਵਰਾ ਦੇਣ, ਸਾਡੇ ਨਾਲ ਮਿਲ ਕੇ ਉੱਥੇ ਜਿਹੜੀ ਪ੍ਰੋਬਲਮ ਹੈ ਉਹਨੂੰ ਸੌਟ ਆਊਟ ਕਰਨ ਦੀ ਕੋਸ਼ਿਸ਼ ਕਰਨ। ਬਾਕੀ ਅਗਾਬ ਗਰੇਵਾਲ ਜੀ ਚੰਗੀ ਗੱਲ ਹੈ, ਇਹ ਪੜ੍ਹੇ ਲਿਖੇ ਆਦਮੀ ਨੇ ਤੇ ਇਹਨਾਂ ਦੇ ਹੋਣ ਦੇ ਵਿੱਚ ਮੈਂ ਗੱਲ ਕਰ ਸਕਣਾ ਕਿ ਜਿਹੜੀ ਉੱਥੋਂ ਦੀ ਇਹ ਕਮਿਊਨਲ ਕਨਫਲਿਕਟ ਹੈ, ਇਹ ਕਮਿਊਨਲ ਨਹੀਂ ਹੈ, ਟ੍ਰਾਈਬਲ ਕਨਫਲਿਕਟ ਹੈ, ਇਹ ਜਦੋਂ ਦੀ ਬਣੀ ਹੈ, ਜਦੋਂ ਦਾ ਇਹ ਚੱਕਰ ਹੋਇਆ ਨਾ ਇੰਡੀਪੈਂਡੈਂਸ ਦੇ ਬਾਅਦ, ਉਦੋਂ ਦੀ ਚੱਲ ਰਹੀ ਹੈ। ਜਦੋਂ ਦਾ ਉੱਥੇ ਸੈਟਲ ਕੀਤਾ ਇਹਨਾਂ ਨੇ ਚੁੱਪ ਕਰੋ। ਮੈਂ ਗਰੇਵਾਲ ਜੀ ਥੋੜਾ ਇੱਕ ਵਾਰੀ ਵੇਟ ਕਰਿਓ, ਜਵਾਬ ਤੁਹਾਡੇ ਤੋਂ ਲੈਣਾ, ਬੇਫਿਕਰ ਰਹੋ ਸਰ, ਜਵਾਬ ਤੁਹਾਡੇ ਤੋਂ ਲੈਣਾ, ਥੋੜਾ ਵੇਟ ਕਰਿਓ ਸਰ। 20 ਸੈਕਿੰਡ ਇੱਕ ਵਾਰੀ ਕੰਪਲੀਟ ਕਰ ਲੈਣ ਦਿਓ, ਇੱਕ ਵਾਰੀ ਕੰਪਲੀਟ ਕਰ ਲੈਣ ਦਿਓ। ਜੈਬੰਸ਼ ਜੀ ਕੰਪਲੀਟ ਕਰ ਲਓ ਤੁਸੀਂ ਆਪਣੀ ਗੱਲ। ਨਹੀਂ ਗਰੇਵਾਲ ਸਾਹਿਬ ਨੂੰ ਬੋਲ ਲੈਂਦੇ, ਉਹ ਬੜੇ ਬਹੁਤ ਵਿਦਵਾਨ ਨੇ, ਉਹਨਾਂ ਨੂੰ ਬੋਲ ਲੈਂਦੇ। ਨਹੀਂ ਤੁਸੀਂ ਆਪਣੀ ਗੱਲ ਕੰਪਲੀਟ ਕਰ ਲਓ ਜੀ। ਵਿੱਚ ਬੋਲਣਾ ਮੈਂ ਕਿਸੇ ਦੇ ਵਿੱਚ ਨਹੀਂ ਬੋਲਦਾ, ਅੱਜ ਪਤਾ ਨਹੀਂ ਗਰੇਵਾਲ ਸਾਹਿਬ ਨੂੰ ਕੀ ਗਿਆ, ਇਹ ਵੀ ਕਦੀ ਨਹੀਂ ਬੋਲਦੇ ਕਿਸੇ ਦੇ ਵਿੱਚ। ਕੀ ਹੋ ਗਿਆ ਗਰੇਵਾਲ ਸਾਹਿਬ ਨੂੰ? ਯੂ ਹੈਵ ਨੈਵਰ ਡਨ ਤੁਸੀਂ ਫੌਜੀ ਹੋ ਕੇ ਝੂਠ ਬੋਲ ਰਹੇ ਹੋ। ਚਲੋ ਬੋਲੋ। ਤੁਸੀਂ ਚਲੋ ਗਰੇਵਾਲ ਜੀ ਗੱਲ ਰੱਖ ਲਓ, ਤੁਸੀਂ ਆਪਣੀ, ਤੁਸੀਂ ਗੱਲ ਰੱਖ ਲਓ ਆਪਣੀ। ਸਰ ਗੱਲ ਇਹਨਾਂ ਕੋਲ ਹੈ ਹੀ ਨਹੀਂ, ਰੱਖਣੀ ਕੀ ਇਹਨਾਂ ਨੇ, ਬੋਲ ਲੈਂਦੇ ਉਹਨਾਂ ਨੂੰ, ਤੁਹਾਡੀ ਡਿਬੇਟ ਖਰਾਬ ਕਰਨੀ ਸੀ ਕਰਨਗੇ। ਹੁਣ ਸੁਣ ਲਓ, ਤੁਹਾਡੀ ਡਿਬੇਟ ਹੀ ਖਰਾਬ ਕਰਨੀ ਸੀ। ਕੁੱਕੀ, ਮੇਤੀ, ਨਾਗਾ, ਹੋਰ ਛੱਡੋ, ਮੀਜ਼ੋ, ਅਹਮ ਸਾਰੀ ਪ੍ਰੋਬਲਮ ਸੀ, ਪਰ ਕਦੇ ਬੰਦਰ ਤੇ ਚਰਚ ਨਹੀਂ ਸੜੇ ਸੀ ਸਰ। डबल इंजन की सरकार आई, थोड़ा जो असम का मुख्यमंत्री है, मियाँ को काट देगा, मियाँ सब्जी महंगा करता है, मियाँ फलाना करता है, कदे क्रिश्चियन फलाना मिस्टर ही करता है। थोड़ा जो प्रधान बनाया तुसी नॉर्थ ईस्ट का, थोड़ा बरेन सिंह शरेआम कहता है, ये बाहर सैटल किने कीते सर? अनपढ़ बंदे मूरे फैक्ट्स ना रखियो। कुकी रहंदे इत्थे, कुकी रहंदे बर्मा च, मेती रहंदे इत्थे, मेती रहंदे बर्मा च, नागा रहंदे इत्थे, नागा रहंदे बर्मा च, नागालैंड च। प्लीज एंड तुसी संविधान की सौं खाधी है सर, अज झूठ ना बोलियो। थोड़ी डबल इंजन की सरकार ने अग लाई है सर, डबल इंजन की सरकार ने पंजाब चलाने की कोशिश की, असी नहीं लगन दी, इनू रोक के दिखावांगे। टॉप टू ठीक है, चलो चलो नहीं, मैं पंजाब वाली गल समझने की कोशिश कर रहे हैं कि तुसी बार-बार गरेवाल साहब जिक्र किया कि पंजाब दे विच कोशिश की गई, किहड़ी कोशिश हुई पंजाब दे विच? सर कोशिश की हुई पंजाब च 2017 नैरेटिव बनया, आम आदमी पार्टी आऊगी, खालिस्तानी आणगे, खालिस्तानी आणगे, खालिस्तानी आणगे, बनया। मतलब ਤੁਹਾਨੂੰ ਲੱਗ ਰਿਹਾ ਕਿ ਅੰਮ੍ਰਿਤਪਾਲ ਦਾ ਜਿਹੜਾ ਪੂਰਾ ਐਪੀਸੋਡ ਹੋਇਆ ਹੈ ਉਹ ਵੀ ਇੱਕ ਪੋਲਿਟਿਕਲੀ ਉਸਨੂੰ ਰੇਜ਼ ਕੀਤਾ ਗਿਆ। टोटली प्लैंड, टोटली ऑर्केस्ट्रेटेड, टोटली तैयार करके बंदा खड़ा करके रातों रात हीरो बना के पंजाब च कोई बोल नहीं रहा। कनेडा च, ऑस्ट्रेलिया च खालिस्तानियों ने कर दिया। इन्हों ने यूट्यूब इन्फ्लुएंसर की कह रहे हैं, खालिस्तानी बिश्नोई से डरते हैं, फलाने से डरते हैं, फलाना ये करता है। ऐजे बेवकूफ लोग तुसी मुरे लाए हैं। गोदी मीडिया जवाब ले लो एक बारी। प्रोफेसर साहब भी वेट कर रहे हैं, पीर मोहम्मद जी भी वेट कर रहे हैं। रिक्वेस्ट है गरेवाल जी एक बारी सुन लियो, ਆਪਾਂ ਵਿਚਾਲੇ ਗੱਲ ਕਰਾਂਗੇ, 2-3 ਲੋग इकट्ठे बोलते हैं पर लोगों तक गल नहीं पहुंचती। जयवंश जी ठीक है, जयवंश जी ਹੁਣ पूरा हो गया गरेवाल साहब ਦਾ, अगर होर भी कुछ बोलना तो बोलना। होपफुली हो गया सर, ਤੁਸੀਂ ਚਲਾਓ ਜੀ। हाँ चलो, थैंक यू वेरी मच। ਸੋ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਨਾ ਕੁੱਕੀ ਮਾਈਤੀ ਤੇ ਉਹਦੀਆਂ, ਇਹਨਾਂ ਨੇ ਮੇਰੇ ਖਿਆਲ ਲਾਸਟ ਪਤਾ ਨਹੀਂ ਕਦੋਂ ਨਾਰਥ ਈਸਟ ਗਏ ਸੀਗੇ। ਮੈਂ ਤਾਂ ਬਹੁਤ ਟਾਈਮ ਉੱਥੇ ਕੱਟ ਕੇ ਆਇਆ ਹੋਇਆ, ਮੈਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਟ੍ਰਾਈਬਲ ਇਸ਼ੂਜ਼ ਕੀ ਹੁੰਦੇ ਨੇ, ਕਿਹੜੇ ਤਰੀਕੇ ਨਾਲ ਉਹਨਾਂ ਨੂੰ ਰਿਜ਼ੋਲਵ ਕੀਤਾ ਜਾਂਦਾ ਹੈ। ਤੇ ਉੱਥੇ ਜਿਹੜਾ ਐਡਾ ਕੋਈ ਏਡੀ ਜ਼ਿਆਦਾ ਜਿਹੜੇ ਪਿਛਲੇ ਹਿਸਾਬ ਦੇ ਵਿੱਚ ਜਿਹੜੀ ਤਰੀਕੇ ਦੀ ਵਾਇਲੈਂਸ ਹੁੰਦੀ ਸੀਗੀ, ਵਾਇਲੈਂਸ ਤੇ ਵੈਸੇ ਵਾਇਲੈਂਸ ਹੀ ਹੁੰਦੀ ਹੈ, ਉਹਨੂੰ ਕਦੀ ਵੀ ਕੰਡੋਨ ਨਹੀਂ ਕਰਨਾ ਚਾਹੀਦਾ। ਪਰ ਮੈਨੂੰ ਇੰਡੀਅਨ ਆਰਮੀ ਦੀ ਫੋਰਸਿਸ ਦੇ ਬਾਰੇ ਸਰਾਹਨਾ ਦੇਣੀ ਚਾਹੀਦੀ ਹੈ ਕਿ ਬਹੁਤ ਹੀ ਨਮਰਤਾ ਤੇ ਬਹੁਤ ਹੀ ਵਿਦ ਅ ਲੋਟ ਆਫ ਕੀ ਮੈਚੁਰਿਟੀ ਉਹਨਾਂ ਨੇ ਉੱਥੋਂ ਦੀ ਚੀਜ਼ਾਂ ਨੂੰ ਕੰਟਰੋਲ ਕੀਤਾ। ਦੂਸਰਾ ਮੈਂ ਤੁਹਾਨੂੰ ਗੌਰਵ ਜੀ ਦੱਸ ਦਵਾਂ, ਮਲਟੀਪਲ ਲੈਵਲਸ ਦੇ ਉੱਤੇ ਉੱਥੋਂ ਦੇ ਲੋਕਾਂ ਨੂੰ ਉਹਨਾਂ ਦੀਆਂ ਇਮੋਸ਼ਨਸ ਨੂੰ ਐਸੂਏਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਵਲ ਸੁਸਾਇਟੀ ਦੇ ਨਾਲ ਗੱਲਬਾਤ ਹੋ ਰਹੀ ਹੈ, ਗਵਰਨਮੈਂਟ ਆਪਣੇ ਲੈਵਲ ਤੇ ਕਰ ਰਹੀ ਹੈ, ਟਰੈਕ ਟੂ ਡਿਪਲੋਮੇਸੀ ਚੱਲ ਰਹੀ ਹੈ। ਉੱਥੋਂ ਦੇ ਜਿਹੜੇ ਪੁਰਾਣੇ ਆਰਮੀ ਆਫੀਸਰਸ ਤੇ ਉੱਥੋਂ ਦੇ ਸਿਵਲ ਸਰਵੈਂਟਸ ਨੇ ਉਹ ਕੰਮ ਕਰ ਰਹੇ ਨੇ। ਬਹੁਤ ਜ਼ਿਆਦਾ ਕੰਮ ਹੋ ਰਿਹਾ ਹੈ ਉੱਥੇ। ਅਗਰ ਸਿਚੁਏਸ਼ਨ ਐਸੂਏਜ ਕਰਨੀ ਹੈ ਤੇ ਬਹੁਤ ਮੈਚੁਰਿਟੀ ਨਾਲ ਕਰਨੀ ਚਾਹੀਦੀ ਹੈ। ਉਹ ਸਾਰੇ ਚੱਕਰ 'ਚ ਮੈਨੂੰ ਇਹ ਦੱਸ ਦੇਣ ਕਿ ਰਾਹੁਲ ਗਾਂਧੀ ਜੀ ਤੇ ਕੇਜਰੀਵਾਲ ਜੀ ਕੀ ਕਰ ਰਹੇ ਨੇ। ਵਾਟ ਐਫਰਟ ਆਪਾਂ ਮਨੀਪੁਰ ਦੇ ਉੱਤੇ ਫੋਕਸ ਨਾ ਕਰੀਏ ਕਿਉਂਕਿ ਮੁੱਖ ਪ੍ਰਧਾਨ ਮੰਤਰੀ ਤੁਹਾਡਾ ਹੋਰ ਮੇਰੀ ਗੱਲ ਸੁਣ ਲਓ ਨਾ, ਮੇਰੀ ਗੱਲ ਸੁਣ ਲਓ। ਹੁਣ ਤੁਸੀਂ ਮੈਨੂੰ ਟਾਈਮ ਦਿੱਤਾ ਸੀ। ਫੌਜੀ ਦੀ ਵਾਈਫ ਨੂੰ ਨੰਗਾ ਘੁਮਾਇਆ ਗਿਆ, ਫੌਜੀ ਦੀ ਵਾਈਫ ਨੂੰ ਨੰਗਾ ਘੁਮਾਇਆ ਗਿਆ। ਸੋਚ ਕੇ ਦੇਖੋ ਕੀ ਬੋਲ ਰਹੇ ਹੋ ਤੁਸੀਂ, सोचो सर, डरो डरो की बोल रहे हो।
ਤੁਸੀਂ ਛੱਡ ਦਿਓ ਨਾਰਥ ਈਸਟ ਤੇ ਬਹਿਸ ਫੇਰ ਕਰਾਂਗੇ। ਚਲੋ ਇੱਕ ਛੋਟਾ ਜਿਹਾ ਕਮੈਂਟ ਲੈ ਲਓ ਸਰ, ਇੱਕ ਛੋਟਾ ਜਿਹਾ ਕਮੈਂਟ ਲੈ ਲਓ, ਮੈਂ ਉਸ ਤੋਂ ਬਾਅਦ ਪ੍ਰੋਫੈਸਰ ਸਾਹਿਬ ਦਾ ਰੁਕ ਕਰਾਂ। ਪੀਰ ਮੁਹੰਮਦ ਜੀ ਵੀ ਵੇਟ ਕਰ ਰਹੇ ਹਨ। ਜੈ ਬਾਂਸ ਮੈਨੂੰ ਸਮਝ ਨਹੀਂ ਆਉਂਦੀ ਕਿ ਬਾਬ ਗਰੇਵਾਲ ਸਾਹਿਬ ਨੂੰ ਹੋ ਕੀ ਗਿਆ। ਇਹ ਕਿਹੜੇ ਇੱਕ ਇਲੈਕਸ਼ਨ ਮੋਡ ਦੇ ਵਿੱਚ ਆ ਗਏ ਨੇ ਕਿ ਇਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਹੀ ਹੈ ਨਹੀਂ। ਇਹ ਤੇ ਕਦੀ ਨਹੀਂ ਇਦਾਂ ਕਰਦੇ। ਵਾਟ ਇਜ਼ ਰੋਂਗ ਵਿਦ ਯੂ ਹੈ ਬਾਬ ਟੂ? ਵਾਟ ਇਜ਼ ਰੋਂਗ ਵਿਦ ਯੂ? ਪੈਣਾ ਦੇ ਕੱਪੜੇ ਉਤਰ ਰਹੇ ਆ ਤੁਸੀਂ ਕੀਤੀਆਂ ਪੈਣਾ ਸਾਰੀਆਂ ਬਹੁਤ ਸੇਫ ਨੇ ਉੱਥੇ ਬਾਬ, ਬਹੁਤ ਸੇਫ ਨੇ। ਕੋਈ ਸਟ੍ਰੇਨ ਇੰਸੀਡੈਂਟ ਹੋ ਜਾਂਦਾ ਹੈ, ਕੋਈ ਸਟ੍ਰੇਨ ਇੰਸੀਡੈਂਟ ਹੋ ਜਾਂਦਾ ਹੈ, ਉਹ ਇੰਸੀਡੈਂਟ ਸਾਰੇ ਹੀ ਉਹਨੂੰ ਡਿਪਲੋਰ ਕਰਦੇ ਨੇ। ਉਹਦੇ ਬਾਰੇ ਪ੍ਰਾਈਮ ਮਿਨਿਸਟਰ ਨੇ ਇੱਕ ਸਟੇਟਮੈਂਟ ਦਿੱਤੀ ਹੈ। ਤੁਸੀਂ ਉਹਨੂੰ ਫੜ ਕੇ ਤੇ ਅੱਗ ਲਗਾਉਣ ਦੀ ਕਿਉਂ ਕੋਸ਼ਿਸ਼ ਕਰ ਰਹੇ ਹੋ? ਜਦੋਂ ਇਹ ਲੋਕ ਐਸੇ ਗੱਲਾਂ ਕਰਦੇ ਨੇ ਨਾ ਤੇ ਉਥੋਂ ਦੇ ਜਿਹੜੇ ਰੈਡੀਕਲ ਐਲੀਮੈਂਟਸ ਨੇ ਉਹਨਾਂ ਨੂੰ ਇਦਾਂ ਲੱਗਦਾ ਹੈ ਕਿ ਸਾਡੇ ਕੋਲ ਸਪੋਰਟ ਹੈਗਾ ਪੰਜਾਬ ਇੰਡੀਆ ਦੀਆਂ ਪੋਲੀਟੀਕਲ ਪਾਰਟੀਆਂ ਦਾ, ਉਹਨਾਂ ਦਾ ਮਨੋਬਲ ਵੱਧ ਜਾਂਦਾ ਹੈ। ਇਹਨਾਂ ਲੋਕਾਂ ਨੂੰ ਜੋ ਕਹਿੰਦੇ ਨੇ ਨਾ, ਜਦੋਂ ਇੱਕ ਕਨਫਲਿਕਟ ਸਿਚੁਏਸ਼ਨ ਹੈ, ਜਦੋਂ ਕਹਿੰਦੀ ਹੈ ਕੁਝ ਆਪੋਜੀਸ਼ਨ, ਉਹਨੂੰ ਸੋਚ ਸਮਝ ਕੇ ਕਹਿਣਾ ਚਾਹੀਦਾ ਹੈ। ਇਹਨਾਂ ਨੂੰ ਕਹੋ ਉੱਥੇ ਜਾ ਕੇ ਕੰਮ ਕਰਨ ਤੇ ਉਹਨਾਂ ਦੀਆਂ ਇਮੋਸ਼ਨਸ ਨੂੰ ਐਸੋਏਜ ਕਰਨ ਦੀ ਕੋਸ਼ਿਸ਼ ਕਰਨ। ਬਾਕੀ ਰਹਿ ਗਈ ਗੱਲ ਤੁਹਾਡੀ ਪੰਜਾਬ ਦੀ, ਪੰਜਾਬ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਕੇਜਰੀਵਾਲ ਹੈਜ਼ ਬੀਨ ਸਲੀਪਿੰਗ ਵਿਦ ਦ ਪੀਪਲ ਫਰਮ ਖਾਲਿਸਤਾਨ। ਉਹਨਾਂ ਨੇ ਆਪਣੀ ਇੱਥੇ ਜਿਹੜੀ ਐਂਟਰੀ ਸੀਗੀ ਉਹ ਖਾਲਿਸਤਾਨ ਦੇ ਬੰਦੇ ਦੇ ਘਰ ਦੇ ਨਾਲ ਹੀ ਕੀਤੀ ਸੀਗੀ। ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਵਾਸਤੇ, ਉਹਨੂੰ ਅੰਦਰ ਕਰਨ ਦੇ ਵਾਸਤੇ 8 ਮਹੀਨੇ ਲੱਗ ਗਏ। 8 ਮਹੀਨੇ ਦੇ ਬਾਅਦ ਵੀ ਜਦੋਂ ਅਮਿਤ ਸ਼ਾਹ ਜੀ ਨੇ ਉਹਦੇ ਉੱਤੇ ਸਮਾਂ ਬਹੁਤ ਘੱਟ ਹੈ ਸਰ, ਮੈਂ ਜਵਾਬ ਲੈ ਲਵਾਂਗਾ, ਸਮਾਂ ਪਿੱਛੇ ਮੇਰੇ ਕੋਲ ਬਹੁਤ ਘੱਟ ਹੈ। ਥੋੜਾ ਜਿਹਾ ਵੇਟ ਕਰਿਓ ਪ੍ਰੋਫੈਸਰ ਸਾਹਿਬ, ਬਹੁਤ ਦੇਰ ਦੇ ਵੇਟ ਕਰ ਰਹੇ ਹਨ। ਗਰੇਵਾਲ ਸਾਹਿਬ, ਜੈਬਾਂਸ਼ ਜੀ ਰਿਕੁਐਸਟ ਹੈ ਥੋੜਾ ਜਿਹਾ ਵੇਟ ਕਰਿਓ ਸਰ, ਬਾਕੀ ਮਹਿਮਾਨ ਵੀ ਵੇਟ ਕਰ ਰਹੇ। ਮੈਂ ਇੱਕ ਵਾਰੀ ਪ੍ਰੋਫੈਸਰ ਸਾਹਿਬ ਦਾ ਰੁਕਦਾ ਨਹੀਂ ਗੌਰਵ ਅੰਦਰ, ਮੈਂ ਤੇ ਕਦੀ ਨਹੀਂ ਬੋਲਦਾ ਅੰਦਰ, ਮੈਂ ਕਦੀ ਵੀ ਨਹੀਂ ਬੋਲਦਾ। ਬਿਲਕੁਲ ਸਰ, ਬਿਲਕੁਲ ਮੈਂ ਰਿਕੁਐਸਟ ਹੀ ਕਰ ਰਹੇ ਇਸ ਕਰਕੇ। ਪ੍ਰੋਫੈਸਰ ਸਾਹਿਬ ਅनिल विज ने क्यों नहीं पढ़ा? यहाँ पे बैठा ਗਰੇਵਾਲ ਸਾਹਿਬ ਵੇਟ ਕਰਿਓ, ਮੈਂ ਤੁਹਾਡੇ ਕੋਲ ਆਵਾਂਗਾ, ਤੁਸੀਂ ਜਵਾਬ ਦੇ ਲਿਓ। ਤੁਸੀਂ ਇਕੱਠੇ ਜਵਾਬ ਦੇ ਰਹੇ ਹੋ। ਪੀਰ ਮੁਹੰਮਦ ਸਾਹਿਬ ਵੀ ਲਾਜ਼ਮੀ ਤੌਰ ਤੇ ਕੋਈ ਨਾ ਕੋਈ ਪੁਆਇੰਟ ਆਪਣਾ ਰੱਖਣਗੇ। ਮੈਂ ਇੱਕ ਵਾਰੀ ਪ੍ਰੋਫੈਸਰ ਸਾਹਿਬ ਦਾ ਰੁਖ ਕਰ ਲੈਣਾ। ਪ੍ਰੋਫੈਸਰ ਸਾਹਿਬ, ਮਣੀਪੁਰ ਦਾ ਮੁੱਦਾ ਹੋਵੇ ਜਾਂ ਫਿਰ ਰਾਜਪਾਲ ਦਾ ਜ਼ਿਕਰ ਹੋਵੇ, ਰਾਜਪਾਲ ਦੀਆਂ ਸਰਗਰਮੀਆਂ ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਵੈਸਟ ਬੰਗਾਲ ਦੇ ਵਿੱਚ ਖੂਬ ਚਰਚਾ ਦੇ ਵਿੱਚ ਸਰਕਾਰ ਤੇ ਉਹਨਾਂ ਦੀ ਟਸਲ ਰਹੀ ਹੈ, ਤੇਲੰਗਾਨਾ ਦੇ ਵਿੱਚ, ਇਹ ਵੱਖ-ਵੱਖ ਥਾਵਾਂ ਦੇ ਉੱਤੇ ਕਿ ਇਹ ਸਾਰੇ ਇਨਸੀਡੈਂਟਸ ਜਾਂ ਜੋ ਵੀ ਘਟਨਾਕ੍ਰਮ ਹੋ ਰਿਹਾ ਹੈ ਕਿ ਵਿਰੋਧੀਆਂ ਨੂੰ ਇਕਜੁੱਟ ਕਰ ਰਹੀਆਂ ਜਾਂ ਫਿਰ ਮੌਕਾ ਦੇ ਰਹੇ ਜਾਂ ਸਭ ਨੂੰ ਦੱਸ ਰਹੇ ਨੇ ਕਿ ਹਾਂ ਤੁਹਾਨੂੰ ਇਕੱਠੇ ਹੋਣਾ ਹੀ ਪਏਗਾ बीजेपी ਦੇ अगेंस्ट? देखो जी, पहले तो मैं एक क्लियर कर दूं बात की, डेस्परेट शब्द शायद आम आदमी पार्टी के हमारे साथी को पसंद नहीं आया और उन्होंने काफ़ी प्रवचन दे दिया पार्टीशन वगैरह को लेके। तो एक तो ये कि हमने तो हमारे परिवार ने पार्टीशन झेला हुआ है, तो वो तो ना बताएं। और दूसरा, डेस्परेट होना अपने लक्ष्य के लिए कोई बुरी बात नहीं है किसी लिहाज से। मैंने सिर्फ ये बोला कि 10 साल से भारतीय जनता पार्टी की सेंटर में सरकार है और जिस तरह का उनका एक मार्केटिंग है, जिस तरह का उनका एक काम करने का तरीका है वो, और जिस तरह के सर्वे आ रहे हैं, वो चाहे गोदी मीडिया हो चाहे जो भी हो, उसके मद्देनजर एक डेस्परेशन विपक्ष में है। इसमें कुछ और मैंने ये भी कहा कि इंडिया नाम से थोड़ी सी बीजेपी भी परेशान है, क्योंकि हमारे बीजेपी वाले साथी वो कर रहे थे, वो शायद उन्होंने नहीं सुना। अब जो आपका मुद्दा है, मैंने सिर्फ ये बताया था उस समय कि ये जो विवाद होते हैं, राजनीति, देखिए जब चार्ज एटमॉस्फेयर होता है तो उसमें अपोजिशन नेचुरली, मैं तो दोबारा इस शब्द को इस्तेमाल करूंगा इस निवेदन के साथ कि वो पंजाबी में बोले, मुझे अच्छे से समझ में आती है, कोई दिक्कत नहीं है, लेकिन वो डेस्पिरेशन है अपोजिशन में और अभी कई सवाल हैं जिनको सुलझाना बाकी है। अपोजिशन ने जो ये टारगेट, जो नीतीश कुमार ने एक स्लोगन दिया था कि भाई एक कैंडिडेट 1 अगेंस्ट 1 वाला, उसके रास्ते में अभी कई चीजें हैं और वो अगर 24 से पहले सुलझेंगी, मैं बिल्कुल सहमत हूं इस बात से। हमारे किसी एक साथी ने कहा था कि एक मजबूत विपक्ष का होना जरूरी है, इसमें कोई दो राय नहीं है। और उसके लिए जो पिछले कुछ सालों में इस प्रकार से देखने में आया है कि वो एक प्रकार का बिखराव है। अगर वो आज इकट्ठा होता है, वो चाहे कर्नाटक के रास्ते हो या अब आगे जब स्टेट्स के इलेक्शन होने वाले हैं, आप जानते हैं छत्तीसगढ़ के, राजस्थान के और मध्य प्रदेश के, आगे फिर तेलंगाना का, तो इन चुनावों से भी ये चीज क्लियर होगी कि वो कहां तक उस सक्सेस उसमें हुई है। मेरी जो चिंता है, जो मैं दोबारा व्यक्त कर रहा हूं, वो ये है कि देखिए रेटोरिक से कुछ नहीं होता। अब जहां तक जैसे केंद्र से मदद लेने की बात है, गवर्नर के कहने से केंद्र नहीं मदद देता, एक सिस्टम है, मुझे नहीं मालूम कितनी किस्त आई कितनी आई। जहां पर भी बाढ़ आई, हिमाचल में कांग्रेस सरकार है, यहाँ आम आदमी पार्टी की सरकार है, हरियाणा में बीजेपी की पार्टी की सरकार है, सभी लोगों के जो फिगर होते हैं वो आप देखिए हमेशा सरकारें मांग ज्यादा की करती हैं, मिलता कम है। कुछ किस्तें रिलीज भी हुई हैं, अब ये कह रहे हैं एक भी पैसा नहीं आया, फ्रेंकली स्पीकिंग मुझे नहीं मालूम, ना मैं इस चीज को वेरीफाई कर सकता हूं, बट जो हम लोग तो अखबारों में पढ़ते हैं कि हाँ भाई इतने पैसे जारी हुए या
नहीं हुए, है ना। अभी मैं कल ही पेपर में पढ़ रहा था कि शायद पटियाला गवर्नर साहब गए हैं देखने के लिए, शायद उनकी कोई फोटो किसी अखबार में थी। ये चीजें सिंबॉलिक होती हैं कि हेलीकॉप्टर से चले जाओ, यहाँ चले जाओ। मैं ना सिर्फ ये कह रहा हूं बार बार कि जब हम अपने राजनीतिक हितों में या राजनीतिक चार्ज एटमॉस्फेयर में कुछ बातें कह जाते हैं और एक संयम को छोड़ देते हैं दोनों तरफ से। मैंने ये भी कहा था कि राज्यपाल पहले प्रेस में नहीं जाया करते थे, जो अब बहुत कॉमन हो गया है ना, लाइव वो जाके चैनल्स की डिबेट्स में भी बैठने लगे हैं, तो ये पहले बहुत नई बात है। तो उस पर थोड़ा सा ध्यान देना चाहिए, वो दे लें अच्छी बात है। हम तो एज नागरिक यही उम्मीद कर सकते हैं कि जो सिस्टम है उसकी थोड़ी बहुत सेंटिटी, पूरी तो नहीं लेकिन उसकी सेंटिटी बची रहे। ले सर समय बहुत पूरा मेरे पास। पीर मोहम्मद जी ਤੁਹਾਡਾ फाइनल रिएक्शन जरूर चाहूंगा। देखो जी, प्रोफेसर साहब ने बहुत अच्छे विचार रखे हैं। मैं ना तो ये गल कहनी चाहना कि ਜਿਹੜਾ जयबंत सिंह जी कह रहे थे, देखो जयबंत सिंह जी एक गल क्लीयर, जो नवंबर 1984 सिख नस्लकुशी करवा के कांग्रेस ਦੇ ਉੱਤੇ ਧੱਬਾ ਲੱਗਾ ਸੀ, ਮਣੀਪੁਰ ਦੇ ਉੱਪਰ ਜਿੰਨੀ ਮਰਜ਼ੀ ਤੁਸੀਂ ਸਬਾਈਆਂ ਦੇਈ ਜਾਓ, ਤੁਸੀਂ ਵੀ ਉੱਥੇ ਫੇਲ ਹੋਏ ਹੋ। ਔਰ ਜਿਸ ਤਰੀਕੇ ਦੇ ਨਾਲ ਉੱਥੇ ਕਤਲੇਆਮ ਹੋਇਆ, ਇੱਕ ਤਰ੍ਹਾਂ ਦਾ ਜੈਨੋਸਾਈਡ ਕੀਤਾ ਗਿਆ, ਤੇ ਉੱਥੇ ਜਿਹੜਾ ਧੀਆਂ ਭੈਣਾਂ ਦੀ ਆਪਾਂ ਵਾਰ-ਵਾਰ ਗੱਲ ਕਰ ਰਹੇ ਹਾਂ, ਮਹਿਲਾਵਾਂ ਦੀ ਜਿਹੜੀ ਬੇਪਤੀ ਕੀਤੀ ਗਈ ਹੈ, ਉਸ ਸਬੰਧ ਦੇ ਵਿੱਚ ਤੁਹਾਨੂੰ ਪੂਰੇ ਰਾਸ਼ਟਰ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਇੱਕ ਆਜ਼ਾਦ ਭਾਰਤ ਦੇ ਅੰਦਰ ਅੱਜ ਉੱਥੇ ਮਣੀਪੁਰ ਦੇ ਵਿੱਚ ਜਿਹੜੀ ਦਰਿੰਦਗੀ ਦਾ ਨਾਚ ਹੋਇਆ ਹੈ, ਉਸ ਨੂੰ ਦੇਖ ਕੇ ਕੋਈ ਵੀ ਬੰਦਾ ਜਿਹੜਾ ਪੰਜਾਬ ਦੇਸ਼ ਦੇ ਵਿੱਚ ਰਹਿੰਦਾ ਉਹ ਇਹ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰਦਾ। ਜਿੱਥੋਂ ਤੱਕ ਗਵਰਨਰ ਸਾਹਿਬ ਦਾ ਮਸਲਾ ਹੈ, ਉਹਦੇ ਤੇ ਆਮ ਆਦਮੀ ਪਾਰਟੀ ਜੋ ਮਰਜ਼ੀ ਕਹੀ ਜਾਏ, ਲੇਕਿਨ ਇਹ ਅਸਲ ਮੁੱਦਿਆਂ ਨੂੰ ਡਿਲੂਟ ਕਰਨ ਵਾਸਤੇ ਇਹਨਾਂ ਦੀ ਇੱਕ ਰਣਨੀਤੀ ਹੈ, ਉਹਦਾ ਇਹ ਪਾਰਟ ਹੈ। ਔਰ ਇਹਨਾਂ ਨੇ ਇਸ ਤਰ੍ਹਾਂ ਕਰਦੇ ਕਰਦੇ ਆਪਣਾ ਸਮਾਂ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਇਹ ਦੱਸ ਦੇਣ ਕਿ ਇਹਨਾਂ ਨੇ ਪੀਰ ਮੁਹੰਮਦ ਜੀ ਨੈਟਵਰਕ ਦਾ ਫੇਰ ਇਸ਼ੂ ਹੈ ਅੱਜ ਥੋੜਾ ਜਿਹਾ ਲੱਗ ਰਿਹਾ ਤੁਸੀਂ ਆਪਣੀ ਕਾਰ ਦੇ ਵਿੱਚ ਨਾਲ ਟਰੈਵਲ ਕਰ ਰਹੇ ਹੋ, ਸਕਾਈਪ ਦੇ ਜ਼ਰੀਏ ਸਾਡੇ ਨਾਲ ਜੁੜੇ ਹੋਏ ਨੇ। ਮੇਰੇ ਕੋਲ ਸਮਾਂ ਵੀ ਬਹੁਤ ਪੂਰਾ ਗਰੇਵਾਲ ਸਾਹਿਬ ਇੱਕ ਛੋਟੀ ਸਟੇਟਮੈਂਟ ਤੁਹਾਡੀ ਫਾਈਨਲ ਸਟੇਟਮੈਂਟ। ਮੈਨੂੰ ਇੱਕ ਪੁਆਇੰਟ ਕਹਿਣਾ ਹੈ, ਮੈਂ ਆ ਰਿਹਾ ਜੀ ਪਲੀਜ਼ ਓਕੇ ਇੱਕ ਪੁਆਇੰਟ ਹੈ ਜੀ ਜयवंत जी ਥੋੜੇ ਘੱਟ ਟਾਈਮ ਲਿਓ ਸਰ, ਮੈਂ ਕੰਕਲੂਡ ਕਰਨਾ। हाँ बिल्कुल घट। मैं पीर मोहम्मद जी ਨੂੰ ਇਹ ਦੱਸਣਾ ਚਾਹਨਾ ਕਿ ਜੋ 1984 ਦੇ ਵਿੱਚ ਪੰਜਾਬ 'ਚ ਹੋਇਆ ਸੀਗਾ, ਉਹਨੂੰ ਮਨੀਪੁਰ ਦੇ ਵਿੱਚ ਹੋ ਰਿਹਾ ਉਹਦੇ ਨਾਲ ਨਾ ਮਿਲਾਨ, ਕਿਉਂਕਿ ਪੰਜਾਬ ਦੇ ਵਿੱਚ ਇੱਕ ਮਿਲੀਟੈਂਸੀ ਦੇ ਇੱਕ ਕਾਂਗਰਸ ਨੇ ਖੁਦ ਮਿਲੀਟੈਂਸੀ ਖੜੀ ਕੀਤੀ ਸੀ, ਫਿਰ ਉਹਦੇ ਖਿਲਾਫ ਹੋ ਗਈ ਸੀਗੀ, ਤੇ ਇੱਥੇ ਇੱਕ ਇਨਸਰਜੈਂਟ এনवायरमेंट ਸੀਗੀ। ਮਨੀਪੁਰ ਦੇ ਵਿੱਚ ਟ੍ਰਾਈਬਲ ਕਨਫਲਿਕਟ ਹੈ, ਉੱਥੇ ਮਨੀਪੁਰ ਦੇ ਵਿੱਚ ਟ੍ਰਾਈਬਲ ਕਨਫਲਿਕਟ ਹੈ। ਉਸ ਟ੍ਰਾਈਬਲ ਕਨਫਲਿਕਟ ਨੂੰ ਦੋਨੋਂ ਪਾਸੇ ਦਿੱਲੀ ਵਾਲਾ ਵੀ ਜ਼ਿਕਰ ਕਰ ਰਹੇ ਨੇ, ਕਰਨ ਦੀ ਜ਼ਰੂਰਤ ਹੈਗੀ ਹੈ। ਉਹ ਨਵੰਬਰ 84 ਦਿੱਲੀ ਵਾਲਾ ਵੀ ਜ਼ਿਕਰ ਕਰ ਰਹੇ ਨੇ, ਕਾਨਪੁਰ ਦੀ ਗੱਲ ਕਰ ਰਹੇ ਹਾਂ, ਬੁਕਾਰੋ ਦੀ ਗੱਲ ਕਰ ਰਹੇ ਹਾਂ, ਰਿਆਸੀ ਦੀ ਗੱਲ ਕਰ ਰਹੇ ਹਾਂ, ਕਾਉਂਸਲਰ ਦੀ ਗੱਲ ਕਰ ਰਹੇ ਹਾਂ, ਹਰਿਆਣੇ ਦੀ, ਜਿੱਥੇ ਉਸ ਵੇਲੇ। ਔਰ ਜਿਹੜਾ ਆਪਣੇ ਚਲੋ ਆਪਸ ਵਿੱਚ ਬਹੁਤ ਸਾਰੇ ਇਨਸੀਡੈਂਟਸ ਹੁੰਦੇ ਨੇ, ਆਪਾਂ ਕੰਪੇਅਰ ਨਾ ਹੀ ਕਰੀਏ ਤਾਂ ਜ਼ਿਆਦਾ ਵਧੀਆ। ਦੇਖੋ ਸੰਤਾਪ ਚੱਲਣ ਦੀ ਗੱਲ ਹੈ ਕਿ ਜਿਨ੍ਹਾਂ ਨੇ 84 ਦਾ ਸੰਤਾਪ ਚੱਲਿਆ ਉਹੀ ਬਿਆਨ ਕਰ ਸਕਦੇ ਨੇ, ਜਿਹੜੇ ਮਨੀਪੁਰ ਦੇ ਵਿੱਚ ਸੰਤਾਪ ਚੱਲ ਰਹੇ ਨੇ ਜਾਂ ਜਿਹੜੀਆਂ ਉਹ ਮਹਿਲਾਵਾਂ, ਉਹਨਾਂ ਦਾ ਦਰਦ ਨਹੀਂ ਆਪਾਂ ਬਿਆਨ ਕਰ ਸਕਦੇ। ਲਾਜ਼ਮੀ ਤੌਰ ਤੇ ਇਹ ਗੱਲ ਹੈਗੀ ਹੈ। ਬਹੁਤ ਛੋਟੀ ਸਟੇਟਮੈਂਟ ਗਰੇਵਾਲ ਸਾਹਿਬ। ਛੋਟੀ ਸਟੇਟਮੈਂਟ ਇੱਕ ਸ਼ਬਦ ਹੁੰਦਾ ਜੀ, ਸਿਲੈਕਟਿਵ ਐਮਨੀਜ਼ੀਆ। 84 ਤੋਂ 2023 ਆ ਗਿਆ, 2002 ਤਾਂ ਅਸੀਂ ਭਾਈਵਾਲ ਸੀ, ਉਦੋਂ गुजरात ਸਾਨੂੰ नजर नहीं आया, पहली गल। दूसरी गल सर, हैट्रिक के बाद डेस्परेशन, थोड़ा सा मुझे शब्द पे आपत्ति थी कि मोदी जी हैट्रिक मार रहे हैं, डेस्परेट। हम डेस्परेट नहीं है, देश के सेकुलरिज्म के लिए डेस्परेट हैं और हम जोर लगा देंगे कि इस देश में सेकुलरिज्म बचा रहे। और ये दोनों थोड़ा और मैं ऐड कर देना कि डेस्परेशन तो हैट्रिक के लिए भी हो सकती है ना, डेस्परेशन किसी लिए ਉਹ ਤਾਂ ਹੁਣ ਚਾਚਾ ਤਾਂ ਥੱਕ ਗਿਆ, ਹੁਣ ਚਾਚੇ ਦੀ ਤਾਂ ਗੱਲਾਂ ਤੋਂ ਸਮਝ ਆਉਣ ਲੱਗ ਗਿਆ, ਉਹ ਤਾਂ ਐਵੇਂ ਛੱਡੀ ਤੁਰੀ ਜਾਂਦਾ, ਹੁਣ ਤਾਂ ਛੱਡ ਦੇ। ਹੁਣ ਤਾਂ ਮੋਦੀ ਦੀ ਸਮਝ ਆਉਂਦੀ ਹੈ। ਮੇਰੇ ਦੋਵੇਂ ਭਰਾ, ਮੇਰੇ ਬੀਜੇਪੀ ਤੇ ਅਕਾਲੀ ਭਰਾ ਇਕੱਠੇ ਨਾ ਹੋਇਓ, ਇਹ ਵਾਅਦਾ ਕਰਿਓ ਇਕੱਠੇ ਨਾ। ਐਂਡ ਸਰ ਮਨੀਪੁਰ ਚ ਨਾ ਜਿੱਦਾਂ ਇਹ ਇਕੱਠੇ ਹੋ ਗਏ ਨੇ, ਇਹ ਜਿਹੜੇ ਕਾਂਗਰਸ ਦੇ ਨਾਲ ਇਕੱਠੇ ਹੋਏ ਨੇ, ਉਹਦੇ ਬਾਰੇ ਕੁਝ ਦੱਸੋ ਨਾ। ਜੱਫੀਆਂ ਪਾਓ ਤੁਹਾਨੂੰ ਕਾਂਗਰਸ ਦੇ ਨਾਲ ਇਕੱਠੇ ਹੋਏ ਨੇ, ਚਲੋ ਠੀਕ ਹੈ ਸਰ, ਮੈਨੂੰ ਬਚਾਏ ਰੋਕਣਾ ਹੋਏਗਾ, ਮੇਰੇ ਕੋਲ ਸਮੇਂ ਦੀ ਬਹੁਤ ਕਮੀ ਹੈ। ਸ਼ੁਕਰੀਆ ਗਰੇਵਾਲ ਸਾਹਿਬ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ। ਸ਼ੁਕਰੀਆ ਜयवंत ਜੀ, ਪੀਰ ਮੁਹੰਮਦ ਜੀ, ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਮੁੱਦਾ ਬੇਸ਼ੱਕ ਆਪਾਂ 24 ਦਾ ਚੁਣਿਆ ਕਿ 2024 ਨੂੰ ਲੈ ਕੇ ਕਿ ਵਾਕਈ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਇਸ ਸਮੇਂ ਸਿਆਸੀ ਬਿਆਨਬਾਜ਼ੀਆਂ ਜਿਹੜੀਆਂ ਹੋ ਰਹੀਆਂ ਨੇ, ਡਾਇਰੈਕਟਲੀ ਉਸ ਦੇ ਨਾਲ ਜੁੜਿਆ ਜਾਵੇ। ਜੁੜਦੀ ਹੈ ਹਰ ਚੀਜ਼, ਉਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ, ਪਰ ਇਸ ਸਭ ਦੇ ਵਿਚਾਲੇ ਕਿ ਨੁਕਸਾਨ ਤਾਂ ਨਹੀਂ ਹੋ ਰਿਹਾ ਦੇਸ਼ ਦਾ ਜਾਂ ਦੇਸ਼ ਦੇ ਕਿਸੇ ਹਿੱਸੇ ਦੇ ਵਿੱਚ ਕਿਸੇ ਸਟੇਟ ਦਾ, ਕਿਸੇ ਖਿੱਤੇ ਦਾ ਜਾਂ ਕਿਸੇ ਖਾਸ ਵਰਗ ਦਾ, ਉਹ ਵੀ ਜ਼ਰੂਰ ਧਿਆਨ ਰੱਖਣਾ ਹੋਏਗਾ। ਆਉਣ ਵਾਲੇ ਦਿਨਾਂ ਦੇ ਵਿੱਚ ਇਲੈਕਸ਼ਨ ਮੋਡ ਦਾ ਜ਼ਿਕਰ ਹੋਇਆ ਇਸ ਪੂਰੀ ਚਰਚਾ ਦੇ ਵਿੱਚ, ਇਲੈਕਸ਼ਨ ਮੋਡ ਤਾਂ ਉਹ ਨਜ਼ਰ ਆਏਗਾ।
ਹੋਰ 1 ਮਹੀਨੇ ਨੂੰ 2 ਮਹੀਨੇ ਨੂੰ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਣਗੇ, ਕਿਉਂਕਿ ਉਮੀਦ ਹੈ ਕਿ ਫਰਵਰੀ ਦੇ ਆਸ-ਪਾਸ ਇਲੈਕਸ਼ਨ ਡੇਟਸ ਅਨਾਉਂਸ ਹੋ ਜਾਣਗੀਆਂ ਤੇ ਉਸ ਤੋਂ ਬਾਅਦ ਦੇਸ਼ ਨੇ ਵੋਟਾਂ ਪਾਉਣੀਆਂ ਨੇ। ਉਸ ਤੋਂ ਪਹਿਲਾਂ ਇਹ ਸਿਆਸੀ ਮਾਹੌਲ ਭਖਦਾ ਹੋਇਆ ਲਾਜ਼ਮੀ ਤੌਰ ਤੇ ਨਜ਼ਰ ਆਏਗਾ। ਪਰ ਉਮੀਦ ਕਰਦੇ ਹਾਂ ਕਿ ਚਾਹੇ ਗੱਲ ਰਾਜਪਾਲ ਦੀ ਹੋਵੇ ਜਾਂ ਕੋਈ ਹੋਰ ਮੁੱਦਾ ਹੋਵੇ, ਲੋਕੀ ਨਾ ਅਣਗੌਲੇ ਜਾਣ ਪੰਜਾਬ ਦੇ, ਉਹਨਾਂ ਦਾ ਜ਼ਿਕਰ, ਉਹਨਾਂ ਦੀ ਚਿੰਤਾ ਸਟੇਟ ਤੋਂ ਲੈ ਕੇ ਸੈਂਟਰ ਤੱਕ ਦੋਵਾਂ ਨੂੰ ਹੋਵੇ।